ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜਿਸਕਾ ਕਾਰਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵੈਂ, ਸਦਾ ਰਹਿ ਕਰਹਿ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਨੀ। ਜਿਨ ਉਦਮ ਕੀਆ ਤਾਲ ਕੇਰਾ, ਤਿਸਕੀ ਉਪਮਾ ਕਿਆ ਗਨੀ। 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਿਤ ਪਾਵਨ ਬਿਰਦ ਸੁਆਮੀ, ਨਾਨਕ ਸ਼ਬਦ ਆਧਾਰਾ। 68 ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਿਤ ਪਾਵਨ ਬਿਰਦ ਸੁਆਮੀ, ਨਾਨਕ ਸ਼ਬਦ ਆਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਦੀਆਂ ਇਹ ਘੜੀਆਂ ਸਤਸੰਗਤ ਦੇ ਰੂਪ ਵਿੱਚ ਅਸੀਂ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਦੇ ਛੰਤ ਵਿਚਾਰ ਰਹੇ ਹਾਂ। ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਗਿਆ ਹੈ ਮੁਕਾਮੀ ਪਾਵਨ ਬਚਨ, ਜਿਸ ਦੇ 2 ਸ਼ੁਰੂਆਤੀ ਪਦੇ ਅਸੀਂ ਵਿਚਾਰੇ ਨੇ। 3 ਨੰਬਰ ਪਦੇ ਦਾ ਪਾਠ ਆਪਨੇ ਸਰਵਨ ਕੀਤਾ ਹੈ, ਜਿਸ ਦੀ ਵਿਚਾਰ ਬੀਤੇ ਕੱਲ ਪ੍ਰਾਰੰਭ ਕੀਤੀ ਸੀ, ਪਰ ਸਮੇਂ ਦੀ ਸੀਮਾ ਮੁਤਾਬਕ ਅਸੀਂ ਬਹੁਤ ਸ਼ੁਰੂਆਤੀ ਬਾਤ 'ਤੇ ਹੀ ਸਮਾਂ ਜੋ ਹੈ ਸਾਡਾ ਸਮਾਪਤ ਹੋ ਗਿਆ। ਸੋ ਵਿਚਾਰ ਹੈ, ਜਿਸ ਕਾ ਕਾਰਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ। ਜਿਸ ਕਾ ਕਾਰਜ ਤਿਨਹੀਂ ਕੀਆ। ਨੋ ਡਾਊਟ ਮਦਰ ਨੇਚਰ ਦੇ ਲਾ ਦੇ ਵਿੱਚ ਜੋ ਕੁਦਰਤ ਨੇ ਇੱਕ ਈਕੋਸਿਸਟਮ ਬਿਲਡ ਕੀਤਾ ਹੈ, ਜੋ ਉਹਦੀ ਇਕੋਲੋਜੀ ਹੈ, ਜੋ ਉਹਦਾ ਸਾਰੇ ਦਾ ਸਾਰਾ ਇਹ ਨਿਜ਼ਾਮਤ ਹੈ, ਇਹਦੇ ਵਿੱਚ ਹਰ ਇੱਕ ਜ਼ਰਾ, ਛੋਟੇ ਤੋਂ ਛੋਟਾ ਅਣੂ, ਡਸਟ ਬੋਲ ਕਹਿ ਲਵੋ, ਉਹ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰਦਾ ਹੈ। ਅਤੇ ਕੁਦਰਤ ਨੇ ਉਹਨਾਂ ਦੇ ਰੋਲਸ ਜਿਹੜੇ ਨੇ ਉਹਦੇ ਮੁਤਾਬਕ ਉਸੇ ਤਰੀਕੇ ਨਾਲ ਸੈੱਟ ਕੀਤੇ ਨੇ। ਉਹ ਸਭ ਚੀਜ਼ਾਂ ਉਸ ਰੂਪ ਵਿੱਚ ਹੋ ਰਹੀਆਂ ਨੇ। ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਜਿੱਥੋਂ ਤੱਕ ਸਾਡੇ ਮਨੁੱਖਾਂ ਦੀ ਸਮਝ ਹੈ, ਸੋਝੀ ਹੈ, ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਇਹ ਸਾਰਾ ਮਦਰ ਨੇਚਰ ਦਾ ਪ੍ਰੋਸੈਸ ਆ, ਅਤੇ ਇਸ ਪ੍ਰੋਸੈਸ ਦੇ ਵਿੱਚ ਜਿਹੜੀ
ਲਾਈਫ ਦੀ ਵੈਲਿਊ ਆ ਉਸ ਨੂੰ ਸਮਝਣ ਵਾਲਾ ਹਿਊਮਨ ਬੀਇੰਗ ਹੈ, ਉਸ ਨੂੰ ਇਹਦੇ ਬਾਰੇ ਅਵੇਅਰਨੈਸ ਹੈ, ਉਹ ਅਵੇਅਰ ਹੈ ਇਹਦੇ ਬਾਰੇ। ਬਾਕੀ ਜੀਆ ਜੰਤ ਪਸ਼ੂ ਪੰਛੀ ਪਰਿੰਦੇ ਸਭ ਇਤਨੇ ਅਵੇਅਰ ਨਹੀਂ ਹੈਗੇ। ਸੋ ਜਿਤਨੀ ਮਨੁੱਖ ਦੇ ਵਿੱਚ ਅਵੇਅਰਨੈਸ ਆ, ਉਸ ਤਰੀਕੇ ਦੇ ਜੀਵਨ ਦੇ ਵਿੱਚ ਖੁਸ਼ੀ ਚਾਅ ਖੇੜੇ ਉਹ ਵੀ ਹੋਣੇ ਚਾਹੀਦੇ ਨੇ। ਪਰ ਇੱਕ ਲੈਵਲ 'ਤੇ ਵੀ ਪਤਾ ਲੱਗਦਾ ਹੈ ਕਿ ਮਨੁੱਖ ਕੋਲ ਜਿਤਨੀ ਐਡਵਾਂਟੇਜ ਆ ਦੂਜੇ ਕ੍ਰੀਚਰ ਵਰਲਡ ਦੇ ਮੁਕਾਬਲੇ, ਉਤਨਾ ਜ਼ਿਆਦਾ ਇਹ ਪਸ਼ੇਮੀਨ ਹੈ, ਦੁਖੀ ਹੈ, ਪਰੇਸ਼ਾਨ ਹੈ। ਇਹਦੇ 'ਚ ਉਸ ਕਿਸਮ ਦੀ ਅਲਾਮਤ ਜ਼ਿਆਦਾ ਹੈ। ਇਹਦੇ ਫਿਰ ਕਾਰਨ ਡਿਫਰੈਂਟ ਤਰੀਕੇ ਨਾਲ ਲੋਕਾਂ ਨੇ ਡਾਇਗਨੋਸ ਵੀ ਕੀਤੇ, ਲੋਕਾਂ ਨੇ ਐਡਰੈਸ ਵੀ ਕੀਤੇ, ਸਾਰੀ ਬਾਤ ਹੋਈ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਨੁੱਖ ਦੀ ਤਿਮਾਰਦਾਰੀ ਕੀਤੀ ਗਈ ਹੈ। ਐਕਚੁਅਲ ਲੈਵਲ 'ਤੇ ਇਹਨੂੰ ਔਖਦ ਦਿੱਤੀ ਗਈ ਹੈ। ਤੁਸੀਂ ਲਿਟਰਲੀ ਤੌਰ 'ਤੇ ਬਚਨ ਵੀ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ, ਸਰਬ ਰੋਗ ਕਾ ਔਖਦ ਨਾਮ, ਗੁਰੂ ਨਾਮ ਦਿੰਦਾ ਹੈ ਅਤੇ ਨਾਮ ਔਖਦ ਆ, ਨਾਮ ਦਵਾਈ ਹੈ, ਨਾਮ ਦਾਰੂ ਹੈ। ਅਸੀਂ ਲਿਟਰਲੀ ਤੌਰ 'ਤੇ ਬਚਨ ਪੜ੍ਹਦੇ ਹਾਂ, ਸਭ ਜ਼ਿਕਰ ਕਰਦੇ ਕਿ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਮਤਲਬ ਜਿਹੜਾ ਸੱਚ ਨਾ ਹੋਣ ਕਰਕੇ ਬੰਦੇ ਨੂੰ ਨਾਮ ਦਾਰੂ ਨਹੀਂ ਪ੍ਰਾਪਤ ਹੋਣ ਕਰਕੇ ਉਹਨੂੰ ਬਿਮਾਰੀ ਲੱਗ ਰਹੀ ਹੈ, ਬਿਮਾਰ ਹੈ, ਇਹ ਸੰਤਾਪ ਹੰਡਾ ਰਿਹਾ ਹੈ। ਇਹ ਸਭ ਚੀਜ਼ਾਂ ਅਸੀਂ ਪੜ੍ਹ ਰਹੇ ਹਾਂ। ਸਾਹਿਬ ਪਾਤਸ਼ਾਹ ਅਹਿਸਾਸ ਹੀ ਕਰਾਉਂਦੇ ਕਿ ਬੰਦੇ ਨੋ ਡਾਊਟ ਤੂੰ ਅਵੇਅਰ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ, ਪਰ ਤੇਰੀ ਅਵੇਅਰਨੈਸ ਜੇ ਤੇਰੇ ਅੰਦਰ ਹੰਕਾਰ ਵਰਗਾ ਰੋਗ ਪੈਦਾ ਕਰ ਰਹੀ ਹੈ ਭਾਈ, ਫਿਰ ਬਿਮਾਰੀ ਕੋਈ ਹੋਰ ਬਾਹਰੋਂ ਲਿਆਉਣ ਦੀ ਲੋੜ ਨਹੀਂ, ਤੂੰ ਆਪ ਹੀ ਬਿਮਾਰੀ ਬਣ ਜਾਏਗਾ, ਤੂੰ ਆਪ ਹੀ ਆਪਣੇ ਆਪ ਦੇ 'ਚ ਅਲਾਮਤ ਬਣ ਜਾਏਗਾ। ਆਪਾਂ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ, ਗੁਰੂ ਸਾਹਿਬ ਕਿਤੇ ਬਿਆਨ ਕਰਦੇ ਕਿ ਇਸ ਬੰਦੇ ਦੀ ਹਾਲਤ ਇਹ ਹੈ, ਕੁਝ ਇਸ਼ੂਜ਼ ਦੂਸਰੀਆਂ ਜੂਨਾਂ ਵਿੱਚ ਵੀ ਮਿਲ ਜਾਂਦੇ ਨੇ, ਦੂਸਰੇ ਜੀਵ ਜੰਤ 'ਚ ਵੀ ਮਿਲ ਜਾਂਦੇ ਨੇ। ਸਾਹਿਬ ਨੇ ਉਹਨਾਂ ਦੀ ਮਿਸਾਲ ਦਿੱਤੀ ਹੈ, ਦ੍ਰਿਸ਼ਟ ਰੋਗ ਪਚਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਕਾਮ ਰੋਗ ਮੈਗਲ ਬਸ ਲੀਨਾ, ਹਉਮੈ ਰੋਗ ਮਾਨੁਖ ਕੋ ਦੀਨਾ। ਦੂਜਿਆਂ 'ਚ ਵੀ ਹੈਗੇ ਨੇ ਰੋਗ, ਪਰ ਹਉਮੈ ਰੋਗ ਮਾਨੁਖ ਕੋ ਦੀਨਾ। ਹਉਮੈ ਮੈਂ ਹਾਂ, ਮੈਂ ਕਰਤਾ ਹਾਂ, ਆਈ ਐਮ ਦਾ ਡੂਅਰ, ਆਈ ਐਮ ਦਾ ਅਚੀਵਰ, ਆਈ ਐਮ ਦਾ ਕ੍ਰੀਏਟਰ। ਇਹ ਜਿਹੜੀ ਅਲਾਮਤ ਆ, ਫਿਰ ਇੱਥੇ ਹੀ ਨਹੀਂ ਕਿਤੇ ਗੁਰੂ ਸਾਹਿਬ ਇਹ ਬਿਆਨ ਕਰਦੇ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਦੀਰਘ ਰੋਗ ਹੈ, ਇੱਕ ਵੱਡੀ ਬਿਮਾਰੀ ਹੈ। ਛੋਟੇ ਮੋਟੇ ਰੋਗ ਤੇ ਆਉਂਦੇ ਜਾਂਦੇ ਰਹਿੰਦੇ ਨੇ, ਤਾਪ ਸੰਤਾਪ ਨਜ਼ਲਾ ਜ਼ੁਕਾਮ ਬੁਖਾਰ ਸਭ ਚੀਜ਼ਾਂ। ਈਵਨ ਕੋਵਿਡ-19 ਵਿੱਚੋਂ ਅਸੀਂ ਲੰਘ ਰਹੇ ਹਾਂ। ਐਂਡ ਆਫ ਦਾ ਟਨਲ ਦੇਰ ਇਜ਼ ਲਾਈਟ, later or sooner we will be able to address this issue properly, we will be able to actually tackle these issues। ਪਰ ਜਿਹੜੀ ਮਨੁੱਖ ਦੀ ਮੁੱਢ ਕਦੀਮੀ ਸਮੱਸਿਆ ਹੈ ਹਉਮੈ ਰੋਗ, ਇਹ ਦੀਰਘ ਰੋਗ ਹੈ। ਇਹ ਏਡੀ ਜਲਦੀ ਜਾਣ ਵਾਲਾ ਨਹੀਂ ਹੈਗਾ, ਕਿਉਂਕਿ ਜਿੰਨੀ ਦੇਰ ਤੱਕ ਬੰਦਾ ਇਹਦੀ ਬੁਨਿਆਦ ਨੂੰ ਨਹੀਂ ਸਮਝਦਾ। ਫਿਰ 'ਚ ਹੋਰ ਵੀ ਚੀਜ਼ਾਂ ਨੇ, ਜਿਵੇਂ ਸਪੋਜ਼ ਕਰੋ ਅਸੀਂ ਮਨੁੱਖੀ ਜੀਵਨ ਦੀਆਂ ਅਲਾਮਤਾਂ ਦੇਖਦੇ ਹੈਗੇ ਹਾਂ। ਅੱਜ ਦੇ ਸਮਾਜ ਵਿੱਚ ਐਡਿਕਸ਼ਨ ਇੱਕ ਬੜੀ ਵੱਡੀ ਸਮੱਸਿਆ ਹੈ। ਵੈਸੇ ਸ਼ੁਰੂ ਤੋਂ ਰਿਹਾ, ਪਰ ਅੱਜ ਦੀ ਸੋਸਾਇਟੀ 'ਚ ਮੰਨਿਆ ਜਾ ਰਿਹਾ ਹੈ ਕਿ ਬੰਦਾ ਮਤਲਬ ਪੈਰ 'ਤੇ ਕਿਸੇ ਨਾ ਕਿਸੇ ਚੀਜ਼ ਦੇ ਨਾਲ ਐਡਿਕਟ ਹੋ ਰਿਹਾ ਹੈਗਾ। ਉਹ ਭਾਵੇਂ ਫੂਡ ਹੀ ਹੈ। ਹਾਲਾਂਕਿ ਰੀਸੈਂਟਲੀ ਮੈਂ ਇੱਕ ਬੜਾ ਨਾਮਵਰ ਕਿਤਾਬਚਾ ਦੇਖ ਰਿਹਾ ਸੀਗਾ, ਜਿਸ 'ਚੋਂ ਕਹਿ ਰਿਹਾ ਸੀਗਾ ਵੀ ਫੂਡ ਇਜ਼ ਦ ਗੇਟਵੇ ਆਫ ਐਡਿਕਸ਼ਨ। ਮਤਲਬ ਸਾਰੇ ਤਰ੍ਹਾਂ ਦੇ ਐਡਿਕਸ਼ਨ ਲਈ ਜਿਹੜਾ ਖੁਰਾਕ ਆ ਐਕਚੁਅਲ ਲੈਵਲ 'ਤੇ ਇਹੀ ਸ਼ੁਰੂਆਤ ਕਰਦੀ ਹੈ। ਅਤੇ ਖੁਰਾਕ ਦੇ ਵਿੱਚ ਵੀ ਉਹ ਬਕਾਇਦਾ ਤੌਰ 'ਤੇ ਜ਼ਿਕਰ ਕਰਦਾ ਹੈ ਸ਼ੂਗਰੀ ਸਟੱਫ ਦਾ। ਮਤਲਬ ਬੰਦੇ ਨੂੰ ਲੱਗਦਾ ਕਿ ਮਿੱਠਾ ਕੁਛ ਵੀ ਨਹੀਂ। ਉਹਨੂੰ ਕੰਪੇਅਰ ਕੀਤਾ ਕੋਕੇਨ ਦੇ ਨਾਲ, ਉਸਨੇ ਕੰਪੇਅਰ ਕੀਤਾ ਡਿਫਰੈਂਟ ਹੋਰ ਸਬਸਟੈਂਸ ਦੇ ਨਾਲ, ਅਤੇ ਪਤਾ ਲੱਗਾ ਜਿਸ ਲੈਵਲ 'ਤੇ ਉਸ ਸਬਸਟੈਂਸ ਨੂੰ ਨਾ ਮਿਲਣ ਕਰਕੇ ਬੰਦੇ ਦੇ ਬ੍ਰੇਨ 'ਚ ਕ੍ਰੇਵਿੰਗ, ਉਹ ਕੈਮੀਕਲ ਬਣਦੇ ਨੇ ਜਿਹੜੇ ਵਿਡਰੋਲਸ ਪੈਦਾ ਕਰਦੇ ਨੇ, ਕ੍ਰੇਵਿੰਗ ਕ੍ਰੀਏਟ ਕਰਦੇ ਨੇ। ਸੇਮ ਤਰ੍ਹਾਂ ਦੇ ਕੈਮੀਕਲ ਇੱਥੋਂ ਪੈਦਾ ਹੁੰਦੇ ਨੇ। ਸੋ ਇਹ ਚੀਜ਼ ਇਸ ਰੂਪ ਵਿੱਚ ਬਾਤ ਕੀਤੀ ਗਈ ਹੈ। ਤਾਂ ਬੰਦੇ ਦੀ ਦੁਨੀਆ ਦੇ 'ਚ ਇਹ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਬੜੀ ਆਸਾਨੀ ਦੇ ਨਾਲ, ਜਿਵੇਂ ਸਬਸਟੈਂਸ ਦੀ ਐਡਿਕਸ਼ਨ, ਫੂਡ ਦੀ ਐਡਿਕਸ਼ਨ। ਅੱਜ ਕੱਲ੍ਹ ਅਸੀਂ ਜਿਤਨੀ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਇਹਦੀ ਐਡਿਕਸ਼ਨ ਇਹ ਸਾਰੀ ਚੀਜ਼ਾਂ ਦੇ ਰੂਪ ਦੇ ਵਿੱਚ। ਅਤੇ ਫਿਰ
इस सारे दे अंदर जो बंदा मनव्वर हो जाता है, इनवॉल्व हो जाता हैगा, तो उहदे लई जीवन का जिहड़ा नॉर्मल रूप जीना आ वो तो दुप्पर हो जाता, दुराडे हो जाता हैगा। सो बीमारियां तो है ने, ये भी एक बीमारी है बड़ी वड्डी बंदे वास्ते, बड़ी वड्डी अलामत है। पर टॉप ऑफ दैट इन्हां चों कुछ भी ना होए, ना कोई बाहरला कोई रोग संताप होए, ना कोई इस किस्म की कोई आदताना पक्ष तो बंदे नूं कोई चीज़ आ जाए, बंदा सब कुछ ठीक करे, पर सब कुछ ठीक करदियां होयां भी ये पॉसिबिलिटी है कि बंदा फिर मैस क्रिएट कर लवे। तो स्पैशली जिहड़ी मैस आ ये हैगी ये साडे आले दुआले नाल डील करन लगे हाँ, ਜਦੋਂ ਅਸੀਂ ਆਪਣੇ ਰਿਲੇਸ਼ਨਸ ਨੂੰ ਡੀਲ ਕਰਦੇ ਹਾਂ, ਜਦੋਂ ਅਸੀਂ ਆਪਣੇ ਇਨਵਾਇਰਮੈਂਟ, ਭਾਵੇਂ ਉਹ ਡੋਮੈਸਟਿਕ ਇਨਵਾਇਰਮੈਂਟ ਹੈ, ਵਰਕ ਇਨਵਾਇਰਮੈਂਟ ਹੈ, ਸਾਡਾ ਓਪਨ ਸੋਸ਼ਲ ਇਨਵਾਇਰਮੈਂਟ ਹੈ, ਸਾਰੇ ਦੇ ਵਿੱਚ ਜਿਹੜੀ ਚੀਜ਼ ਸਭ ਤੋਂ ਵੱਡਾ ਤੰਗ ਕਰਦੀ ਹੈ, ਜਿਵੇਂ ਅਸੀਂ ਸ਼ਬਦ ਪੜ੍ਹੀਏ ਸੋਹਿਲਾ ਸਾਹਿਬ ਦੇ ਸ਼ਬਦਾਂ 'ਚ ਤੁਸੀਂ ਪੜ੍ਹਦੇ ਹੈਗੇ ਹੋ ਕਿ ਬੰਦੇ ਦੀ ਅਲਾਮਤ ਇਹ ਹੈ कि ज्यों ज्यों चला चुभह दुख पाव है, जमकाल सह सिर डंडा है। क्यों? क्योंकि ये अंदर हौमे का कंडा चुभ रहा है। तो जिवें हौमे का कंडा आ, अज का माहौल थोड़ा बदल गया। जो पंजाब के नेटिव एनवायरमेंट तुसीं रहे होवो, थोड़ा करसानी नाल रिलेटिड कामकार किया होए, तो ग्लव्स ये तो बड़ी रीसेंट चीज़ है जिहड़ी इस सोसाइटी च आके हुंदा भी जो भी काम करना ग्लव्स पा लवो। फार्म वर्क वास्ते डिफरेंट ने, कैमिकल डीलिंग वास्ते डिफरेंट ने, किचन वर्क लिए डिफरेंट ग्लव्स मिलते उस किस्म के नाल। साडे उत्थे तुहानूं पता है वी ऑलवेज डू एक्चुअली एवरी वर्क बेयर हैंड्स, यू नो, नंगे हत्थां नाल ही करदे। ईवन बहुतायत एरिए दे अजे भी तुसीं चले जाओ पंजाब की फिजा तो थोड़ा बाहर, तो लोकां नूं ते पाउण लई जुत्ती नसीब नहीं हुंदी। मतलब इस तरीके लोग करसानी के काम करते, इस तरीके ही लोग दूजे सारे फार्म वर्क सब चीज़ां करते। तो हुण जदों इस तरीके हत्थां नाल काम करना आ, तो कई बार पता ही नहीं लगना लक्कड़ नाल डील करदियां होयां उहदी कोई छोटी मोटी छिलतर फांग जिहड़ी हुंदी है, उहदा छोटा टाइनी शार्पन पार्ट जिहड़ा हैगा वो किते विच चला गया, इस तरीके नाल एज लग गई, कोई छोटा मोटा कंडा लग गया, तो किन्ना समा विच लगा रहा पता ही नहीं। फिर बंदे नूं कई बारी हाथ धोण लग्या या पैर दे विच तुरन लग्या थोड़ा लगता है इत्थे थोड़ा थोड़ा पेन महसूस हो रही है, दर्द महसूस हो रहा है। फिर हौली हौली दर्द वधदा आया, फिर उस इस तरीके लगातार चलदा है। तो फिर कोई कहंदा कि वो भलिया इहनूं देख इहदे च कोई कंडा तो नहीं चुभया। हुण सपोज करो जिहड़ा मैच्योर बंदा आया वो तो कहेगा हाँ भाई इत्थे कंडा आया, तो फिर जे कंडे नूं भी कड्ढना आ उन्होंने कढ़न वास्ते फिर एक शार्पन जिहड़ी है उस तरीके नाल जिहड़ी नोक वाली चीज़ या सुई या पुराने समय लोग सूल ही उसे कंडे की एक नस्ल नूं यूज़ करते सी वो चों कढ़न वास्ते। हुण बच्चे नूं कहो कि तेनों इत्थे कोई कंडा लग गया या कोई शार्पन जिहड़ी है चीज़ अंदर चली गई है, तो इहनूं कढ़न वास्ते भी असीं नीडल नूं यूज़ करांगे, बच्चा तो डर जाएगा, वो तो कहेगा पागल हो तुसीं, नो वे, मैनू तो आ पेन ही ठीक है, मैं होर पेन नहीं लैनी। हालांकि उन्हें यह नहीं पता भी जी आ पेन लैन लगा है ना, जिहड़ा ऑलरेडी अंदर पेन दे रही है लगातार चीज़ कंसिस्टेंटली, वो तो तेनों निजात मिल जाएगी, वो तो तेनों छुटकारा मिल जाएगा, तेरा ट्रीटमेंट हो जाएगा। जिहड़ा हौमै रोग आ ये है तो अलामत, पर बंदा ये नाल ही सिज्जी जाता है, ये नाल ये सुभाਅ नहीं बदलना, आदत नहीं छड्डनी ये चीज़ रूप दे विच। साहिब महाराज बयान करते क्यों नहीं एक काम करता कि तू एक इहदे ट्रीटमेंट वास्ते एक होर चीज़ नूं अडॉप्ट करदा। वो की है जी जिन्हों आपां गल कर रहे सी, हंबलनेस, हलीमी, निमरता। इहदे विच सीधे तौर ते है कि बंदा एहसास करे करन कराउण वाला आपे आप है, चंगा काम हो गया, वधिया हो गया, भला हो गया, दाता ये तेरा शुक्र है, ये भगती है, ये बंदगी है। चंगा करना है तो चंगा करके ये कहना है दाता तेरा धन्नवाद है। इत्थे गुरु साहब ने क्या, जिसका कारज तिन ही किया, मानस क्या विचारा रहा। मनुख कौन है विचारा, मतलब विचारा किसी को कहना कि मनुख की पाया कोई नहीं गी। तो ये कोई बात बिल्कुल गुरु बाबा जी कह लो कि नवीं नहीं कह रहे इस शब्द दे विच। पूरे गुरु ग्रंथ साहब तुहानूं वार वार मिल जाएगा डिफरेंट डिफरेंट एंगल तो मैसेज। आपां जपजी साहब पढ़ीए, जपजी साहब दे विच जिहड़ा गुरु साहब पहली सानूं एक्सरसाइज दिंदे ने करन वास्ते
ਵੀ दैट एक्सरसाइज यू मस्ट डू। ਪਹਿਲਾਂ ਤੇ ਪੌੜੀ ਆਉਂਦੀ ਨਾ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਉਹਦੇ 'ਤੇ ਬਾਬਾ ਜੀ ਕਹਿੰਦੇ ਨੇ ਜੋ ਕਰ ਰਹੇ ਆ ਛੱਡ ਦੇ। ਮਤਲਬ ਸੁਚਮਤਾ ਵਾਸਤੇ ਨਹਾਉਣ ਦੀਆਂ ਗੱਲਾਂ, ਸੋ ਕਾਲਡ ਸਮਾਧੀ ਲਾਉਣ ਦੀਆਂ ਗੱਲਾਂ ਸਾਰੀਆਂ ਬਾਬਾ ਜੀ ਕਹਿੰਦੇ ਕੀ ਫਾਇਦਾ ਕਰਨ ਦਾ, ਇਹਦੇ 'ਚੋਂ ਕੁਛ ਮਿਲਣਾ ਤੇ ਹੈ ਨਹੀਂ ਤੈਨੂੰ। ਫਿਰ ਗੁਰੂ ਬਾਬਾ ਜੀ ਕਹਿੰਦੇ ਸਵਾਲ ਇਹ ਆ ਸਚਿਆਰ ਕਿਵੇਂ ਹੋਵਾਂਗੇ, ਹਾਊ ਕੈਨ ਵੀ ਅਟੇਨ ਦੈਟ ਵਨਨੈਸ ਵਿਦ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ। ਅਸੀਂ ਉਹਨੂੰ ਕਿਵੇਂ ਇੰਜੋਏ ਕਰਾਂਗੇ, ਉਹਨੂੰ ਕਿਆ ਹੁਕਮ ਰਜ਼ਾਈ ਚੱਲਣਾ। ਫਿਰ ਉਹਦੀ ਫਰਦਰ ਐਕਸਪਲੇਨੇਸ਼ਨ ਕੀਤੀ ਕਿ ਹੁਕਮ ਕੀ ਹੈ, ਉਹਨੂੰ ਐਕਸਪਲੇਨ ਕੀਤਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਜਦੋਂ ਆਪਾਂ ਤੀਸਰੀ ਪੌੜੀ 'ਤੇ ਆਉਂਦੇ ਹਾਂ ਉੱਥੇ ਬਾਬਾ ਜੀ ਕਹਿੰਦੇ ਨੇ ਵਟ ਟੂ ਡੂ, ਕਰਨਾ ਕੀ ਹੈ। ਇੱਥੇ ਫਿਰ ਬਾਬਾ ਜੀ ਕਹਿੰਦੇ ਤੂੰ ਆਹ ਕੰਮ ਕਰ ਸਕਦਾ ਹੈ, ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਬੰਦਾ ਕਹਿੰਦਾ ਭਗਤੀ ਕਿੱਥੋਂ ਸ਼ੁਰੂ ਹੋਏਗੀ, ਕਿਸੇ ਕਿਸਮ ਦਾ ਵੀ ਤਾਣ ਹੈ ਤੇਰੇ ਕੋਲ। ਤਾਣ ਦਾ ਮਤਲਬ ਹੁੰਦਾ ਐਬਿਲਿਟੀ, ਸਟਰੈਂਥ, ਤਾਕਤ। ਕੋਈ ਤਾਕਤ ਹੈ, ਕਿਸੇ ਕੋਲ ਫਿਜ਼ੀਕਲ ਸਟਰੈਂਥ ਆ, ਕਿਸੇ ਕੋਲ ਕੋਈ ਸਕਿੱਲ ਆ, ਸਕਿਲਡ ਬੰਦਾ ਆ, ਕਿਸੇ ਕੋਲ ਕੋਈ ਹੈਂਡ ਔਨ ਸਕਿੱਲ ਤੇ ਨਹੀਂ ਹੈਗੀ, ਕੋਈ ਇਸ ਕਿਸਮ ਦੀ ਸਕਿੱਲ ਆ, ਉਹ ਇਮੋਸ਼ਨਸ ਨੂੰ ਬੜੀ ਚੰਗੀ ਤਰ੍ਹਾਂ ਸਮਝ ਲੈਂਦਾ, ਡੀਲ ਕਰ ਲੈਂਦਾ। ਕਿਸੇ ਕੋਲ ਕੋਈ ਫੈਮਿਲੀ ਸਕਿੱਲ ਆ ਬੜੀ ਵਧੀਆ, ਪਰਿਵਾਰਕ ਤੌਰ 'ਤੇ ਪਰਿਵਾਰਾਂ ਨੂੰ ਬੜਾ ਵਧੀਆ ਸੰਭਾਲ ਲੈਂਦਾ ਆ। ਕਿਸੇ ਦੇ ਕੋਲ ਕੋਈ ਪੀਪਲ ਪਰਸਨ ਆ, ਕੋਈ ਨੰਬਰ ਪਰਸਨ ਹੈ, ਐਨੀ ਕਾਈਂਡ ਆਫ ਸਕਿੱਲ। ਗੁਰੂ ਬਾਬਾ ਜੀ ਕਹਿੰਦੇ ਉਹਨੂੰ ਸਾਹਮਣੇ ਰੱਖ, ਤੇ ਸਾਹਮਣੇ ਰੱਖ ਕੇ ਉਸ ਦਾਤਾਰ ਦਾ ਧੰਨਵਾਦ ਕਰ ਜਿਹਨੇ ਤੈਨੂੰ ਇਹ ਐਬਿਲਿਟੀ ਦਿੱਤੀ ਹੈ। ਇਹ ਭਗਤੀ ਹੈ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਇਸ ਰੂਪ ਦੀ ਸ਼ੁਰੂਆਤ ਕਰ। ਜਿਸ ਕਾ ਕਾਰਜ ਤਿਨ ਹੀ ਕੀਆ, ਭਈ ਜੋ ਕਾਰਜ ਤੇਰੇ ਤੋਂ ਚੰਗਾ ਹੋ ਗਿਆ, ਜੋ ਤੂੰ ਚੰਗਾ ਕਰ ਪਾਇਆ, ਇਹ ਕਰਨ ਕਰਾਉਣ ਵਾਲਾ ਤੇ ਆਪੇ ਆਪ ਹੈ। ਮਨੁੱਖ ਕੀ ਹੈ, ਜੇ ਡੀਪ ਲੈਵਲ 'ਤੇ ਦੇਖਾਂਗੇ ਨਾ, ਹੈਗੀ ਤੇ ਮਿੱਟੀ ਹੈ ਐਕਚੁਅਲੀ ਲੈਵਲ 'ਤੇ। ਤੇ ਇਸ ਮਿੱਟੀ ਨੂੰ ਐਨਰਜੀ ਦਿੱਤੀ ਹੈ, ਸਵਾਸ ਚੱਲ ਰਹੇ ਨੇ, ਇਸ ਮਿੱਟੀ ਦੇ ਵਿੱਚ ਸਮਰੱਥਾ ਆ, ਕੋਗਨੀਸ਼ਨ ਫੰਕਸ਼ਨਿੰਗ ਹੋ ਰਹੀ ਹੈ, ਚੀਜ਼ਾਂ ਨੂੰ ਡੀਪ ਤੋਂ ਡੀਪ ਐਂਗਲ ਤੱਕ ਬੰਦਾ ਸਮਝ ਰਿਹਾ ਹੈ। ਮੈਂ ਤਾਂ ਰੀਸੈਂਟਲੀ ਮੈਂਟਲ ਹੈਲਥ 'ਚ ਬਹੁਤ ਸਾਰੀਆਂ ਚੀਜ਼ਾਂ ਦੇਖ ਰਿਹਾ। ਕਿਹਾ ਜਾਂਦਾ ਹੈ ਮੈਂਟਲ ਹੈਲਥ ਦਾ ਲਿਟਰੇਚਰ ਹੈ, ਇਹ ਮੈਂਟਲੀ ਬੰਦੇ ਨੂੰ ਸਟਰੈਂਥਨ ਕਰਨ ਵਾਸਤੇ ਚੀਜ਼ਾਂ ਨੇ, ਹੈ ਸਾਰੀ ਸਪਿਰਿਚੁਅਲਿਟੀ। ਬਿਲਕੁਲ ਮੈਨੂੰ ਤਾਂ ਇੰਝ ਲੱਗਦਾ ਜਿਵੇਂ ਗੁਰਬਾਣੀ ਦੀ ਟਰਾਂਸਲੇਸ਼ਨ ਬੋਲੀ ਜਾ ਰਹੀ ਹੈ ਸਾਰੇ ਦੀ ਸਾਰੀ। ਜਿਵੇਂ ਹੁਣ ਇਹ ਗੱਲ ਕਹੀ ਜਾਂਦੀ ਹੈ, ਕੋਈ ਸ਼ਖਸ ਕਹਿੰਦਾ ਯੂ ਨੋ ਆਈ ਹੈਵ ਬਿਗ ਪ੍ਰੋਬਲਮ, ਮਾਈ ਮਾਈਂਡ ਵੰਡਰਸ ਅ ਲੋਟ, ਆਈ ਐਮ ਨੋਟ ਏਬਲ ਟੂ ਕੰਟਰੋਲ ਔਨ ਮਾਈ ਮਾਈਂਡ। ਠੀਕ ਹੈ ਜੀ, ਕੈਨ ਯੂ ਐਲੈਬੋਰੇਟ ਲਿਟਲ ਬਿਟ ਹਾਊ ਇਟ ਵੰਡਰਸ। ਬੰਦਾ ਐਕਸਪਲੇਨ ਕਰਦਾ ਕੀ ਹਾਲਤ ਆ, ਐਵੇਂ ਹੀ ਸੋਚੀ ਜਾਂਦਾ ਬੈਠਾ, ਪਿੰਡ ਬਾਰੇ ਸੋਚੀ ਜਾਂਦਾ ਹੈ, ਕੰਮ ਬਾਰੇ ਸੋਚੀ ਜਾਂਦਾ ਹੈ, ਫਲਾਣੀ ਚੀਜ਼ ਬਾਰੇ ਸੋਚੀ ਜਾਂਦਾ ਹੈ, ਇਸ ਤਰੀਕੇ ਦੇ ਨਾਲ। ਅਤੇ ਉਹਨੂੰ ਐਡਰੈਸ ਕਰਨ ਲੱਗਿਆ ਜਿਹੜੇ ਐਕਸਪਰਟਸ ਨੇ, ਥੈਰੇਪਿਸਟ ਨੇ, ਉਹ ਪਹਿਲੀ ਗੱਲ ਪਤਾ ਹੀ ਕਹਿੰਦੇ ਨੇ, ਕਹਿੰਦੇ ਯੂ ਨੋ ਪਹਿਲੀ ਚੀਜ਼ ਤਾਂ ਇਹ ਹੈ ਕਿ ਆਰਟ ਯੂ ਅਮੇਜ਼ਡ ਯੂ ਹੈਵ ਦੈਟ ਮਚ ਐਕਚੁਅਲੀ ਲੈਵਲ ਆਫ ਥਿੰਕਿੰਗ। ਲੋਕਾਂ ਨੂੰ ਤਾਂ ਇੱਥੇ ਸਿੱਧੀ ਤੌਰ 'ਤੇ ਕੋਈ ਸ਼ੀਸ਼ਾ ਵਿਖਾਓ, ਗੱਲ ਸਮਝਾਓ ਤਾਂ ਨਹੀਂ ਸਮਝ ਆਉਂਦੀ। ਕਿੰਨਾ ਸੋਚ ਸਕਦਾ ਤੇਰਾ ਦਿਮਾਗ, ਸੋਚ ਇਸ ਲੈਵਲ 'ਤੇ। ਹੁਣ ਦੱਸਿਆ ਜਾ ਰਿਹਾ ਹੈ ਉਹ ਭਲੇ ਬੰਦੇ, ਇਹ ਵੀ ਤਾਂ ਐਬਿਲਿਟੀ ਇੱਕ ਤਰ੍ਹਾਂ ਦੀ। ਦੇਖਦੇ ਇਸ ਤਰੀਕੇ ਨਾਲ ਆਪਾਂ ਕੀ ਹੈ, ਇਸ ਸਾਰੇ ਕਾਸੇ ਨੂੰ ਇਸ ਤਰੀਕੇ ਨਾਲ ਦੇਖਣਾ ਆ ਕਿ ਮੈਨੂੰ ਇੱਕ ਕੁਦਰਤ ਨੇ ਇੱਕ ਵੱਡੇ ਲੈਵਲ ਦਾ ਵਿਜ਼ਨ ਕਰਨ ਦੀ ਐਬਿਲਿਟੀ ਦਿੱਤੀ ਹੈ। ਇਹ ਮੈਨੂੰ ਮੇਰੀ ਕਮਜ਼ੋਰੀ ਨਾ ਬਣ ਕੇ ਮੇਰੀ ਸਟਰੈਂਥ ਵੀ ਬਣ ਸਕਦੀ ਹੈ। ਮਤਲਬ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਨੇ, ਹੁਣ ਇਹ ਕੀ ਹੈਗੀ ਹੈ ਭਾਈ, ਜਿਸ ਤਰ੍ਹਾਂ ਦੀ ਵੀ ਤੇਰੇ ਕੋਲ ਸਟਰੈਂਥ ਹੈ, ਜਿਸ ਕਿਸਮ ਦੀ ਤੇਰੇ ਕੋਲ ਸਮਰੱਥਾ ਹੈ। ਮੈਨੂੰ ਇੱਕ ਬੱਚਾ ਮਿਲਿਆ ਇੱਥੇ ਇੱਕ ਵਾਰੀ ਮਾਈਕਰੋਸਾਫਟ ਵਾਲਿਆਂ ਦੇ ਕੋਲ, ਅਤੇ ਉਸ ਨੂੰ ਮੈਂ ਦੇਖਿਆ ਤੇ ਮਤਲਬ ਬ੍ਰੇਨ ਇਸ ਤਰ੍ਹਾਂ ਜਿਹਦੇ ਜਿਵੇਂ ਉਹਦੇ 'ਚ 2 ਬ੍ਰੇਨ ਪਾਏ ਹੁੰਦੇ ਨੇ। ਇਤਨਾ ਬ੍ਰੇਨੀ ਬੱਚਾ, ਕਮਾਲ ਹੈ। ਮੈਨੂੰ ਉਹ ਕਹਿੰਦਾ ਹੈ ਕਿ ਮੈਨੂੰ ਕੋਈ ਆਪਣਾ ਕ੍ਰੈਡਿਟ ਕਾਰਡ ਨਾ ਦਿਖਾਈ, ਮੈਨੂੰ ਕੋਈ ਆਪਣਾ ਪਾਸਵਰਡ ਨਾ ਦੱਸੀ, ਕੋਈ ਇਹੋ ਜਿਹੀ ਚੀਜ਼ ਨਾ ਦੱਸੀ। ਮੈਂ ਕਿਹਾ ਵੀ ਐਵੇਂ ਕਿਉਂ ਕਹਿ ਰਹੇ, ਵਾਈ ਆਰ ਯੂ ਸੇਇੰਗ ਦਿਸ? ਕਹਿੰਦਾ ਬਿਕੋਜ਼ ਮਾਈ ਮੈਮਰੀ ਇਜ਼ ਸੋ ਸ਼ਾਰਪਨ। ਮੈਨੂੰ ਕੋਈ ਚੀਜ਼ ਤੁਸੀਂ ਦੱਸ ਦਿੱਤੀ, ਮੈਨੂੰ 5 ਸਾਲ ਬਾਅਦ ਆ ਕੇ ਪੁੱਛ ਲਈ, ਮੈਂ ਤੁਹਾਨੂੰ ਐਜ਼ ਇਟ ਇਜ਼ ਦੱਸ ਦਿਆਂਗਾ। ਮੈਂ ਕਿਹਾ ਵਾਓ। ਕਹਿੰਦਾ ਲੋਕਾਂ ਵਾਸਤੇ ਜਿਹੜੀ ਖਾਸ ਕਰਕੇ ਐਲਗੋਰਿਦਮ ਹੁੰਦੀ ਹੈ ਕੰਪਿਊਟਰ ਦੀ ਲੈਂਗੁਏਜ, ਉਹ ਬੜੀ ਹਾਰਡ ਹੁੰਦੀ ਹੈ। ਕਹਿੰਦਾ ਮੇਰੇ ਵਾਸਤੇ ਇਟਸ ਐਕਚੁਅਲੀ ਜਸਟ ਇਟ ਇਜ਼ ਔਨ ਮਾਈ ਟਿਪਸ। ਮੈਂ ਤਾਂ ਫਟਾਫਟ ਇਸ ਤਰੀਕੇ ਨਾਲ ਗਿਣ ਦੇਣਾ ਸਾਰੇ। ਖੈਰ ਕਾਫੀ ਸਾਡੀ ਨੇੜਤਾ ਹੋ ਗਈ, ਗੱਲਾਂ ਬਾਤਾਂ ਖੂਬ ਹੋਈਆਂ। ਅਤੇ ਉਹ ਕਹਿੰਦਾ
ਤੁਹਾਨੂੰ ਮੈਂ ਗੱਲ ਦੱਸਾਂ, ਆਈ ਹੈਵ ਟੂ ਐਕਚੁਅਲੀ ਕਨਫੈਸ ਕਿ ਮੇਰੀ ਜ਼ਿੰਦਗੀ ਜਿਵੇਂ ਦੀ ਹੋਣੀ ਐਵੇਂ ਦੀ ਨਹੀਂ ਸੀ ਹੋਣੀ। ਹੁਣ ਤੇ ਮੈਨੂੰ ਲੋਕ ਪ੍ਰੋਫੈਸ਼ਨਲ ਦੇ ਤੌਰ ਤੇ ਯਾਦ ਕਰਦੇ, ਆਮ ਐਕਚੁਅਲੀ ਪ੍ਰੋਫੈਸ਼ਨਲ ਸਕਾਲਰ ਕਾਈਂਡ ਆਫ ਪਰਸਨ, ਮੇਰੀ ਇੰਨੀ ਰਿਸਪੈਕਟ ਆ, ਸਾਰਾ ਕੁਛ ਆ। ਜਦੋਂ ਮੇਰਾ ਛੋਟੇ ਹੁੰਦੇ ਮੇਰਾ ਬਚਪਨ ਸੀਗਾ, ਮੈਨੂੰ ਕੁਝ ਪ੍ਰੋਬਲਮਸ ਹੈਗੀਆਂ ਨੇ ਵੀ ਮੈਂ ਐਕਚੁਅਲੀ ਫਿਜ਼ੀਕਲ ਸਾਈਡ ਤੋਂ ਆਈ ਐਮ ਨੋਟ ਏਬਲ ਟੂ ਐਕਚੁਅਲੀ ਆਈ ਡੋਂਟ ਹੈਵ ਕੰਟਰੋਲ ਔਨ ਮਾਈ ਖਾਸ ਕਰਕੇ ਜਿਹੜੇ ਮੇਰੇ ਫੀਸਿਸ ਰਿਲੀਜ਼ ਕਰਨ ਦੇ ਉੱਤੇ ਹੈਗਾ ਪੂ ਐਂਡ ਪੀ। ਸੋ ਇਹ ਮੈਨੂੰ ਇੱਕ ਇਸ਼ੂ ਹੈਗਾ, ਕਿਉਂਕਿ ਇਹ ਇਸ਼ੂ ਬਚਪਨ 'ਚ ਇੱਕ ਲੈਵਲ ਤੋਂ ਬਾਅਦ ਅਸੀਂ ਸੰਤੋਖਦੇ ਹਾਂ ਕਿ ਜਿਹੜਾ ਕੋਈ ਇੰਡੀਵਿਜੂਅਲ ਹੈ ਤੇ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਆਪਣੇ ਇਸ ਸਾਰੇ ਦੇ ਉੱਤੇ। ਉਹਦਾ ਇੱਕ ਟਾਈਮ ਹੋਏ, ਟਾਈਮ 'ਤੇ ਜਾਏ ਆਏ। ਬੱਚੇ ਨੂੰ ਅਸੀਂ ਕਹਿੰਦੇ ਹਾਂ ਨਾ ਕਿ ਜਿਹੜਾ ਹੈਗਾ ਡਾਈਪਰ ਛੱਡ ਦੇਗਾ, ਪੋਟੀ ਟ੍ਰੇਨਿੰਗ ਹੋ ਜਾਏਗੀ, ਸਾਰੀ ਚੀਜ਼ ਹੋ ਜਾਏਗੀ ਇਸ ਤਰੀਕੇ ਨਾਲ। ਕਹਿੰਦਾ ਮੇਰੀ ਏਜ ਲੰਘ ਗਈ, ਮਾਂ ਬਾਪ ਨੂੰ ਫਿਕਰ ਪੈ ਗਿਆ ਬੁਰੀ ਤਰ੍ਹਾਂ, ਉਹ ਕੀ ਬਣੇਗਾ, ਇਹ ਤੈਨੂੰ ਤਾਂ ਕਿਤੇ ਲਿਜਾ ਨਹੀਂ ਸਕਦੇ। ਇਹ ਸਭ ਕਹਿੰਦੇ ਚੀਜ਼ ਰਹੀ ਉਸ ਤਰੀਕੇ ਨਾਲ। ਉਹ ਬਾਏ ਚਾਂਸ ਮੇਰੇ ਲਈ ਤਾਂ ਗਾਲਾਂ ਹੀ ਰਹਿ ਗਈਆਂ ਘਰ ਦੇ ਵਿੱਚ। ਮੈਨੂੰ ਤਾਂ ਕਹਿ ਤਾ ਗਿਆ ਵੀ ਇਸ ਤੋਂ ਨਿਕੰਮਾ ਆਦਮੀ ਕੋਈ ਨਹੀਂ ਹੈਗਾ। ਇਹ ਸਾਰੀ ਬਾਤ ਹੋ ਗਈ, ਇਸ ਤਰੀਕੇ ਨਾਲ ਸਾਰਾ ਜਿਹੜਾ ਹੈਗਾ ਜੱਜ ਕਰ ਲਿਆ ਗਿਆ। ਕਿਤੇ ਫੈਮਿਲੀ ਤੋਂ ਬਾਹਰ ਕੋਈ ਸ਼ਖਸ ਸੀਗਾ ਤੇ ਉਸ ਸ਼ਖਸ ਨੇ ਮੇਰੇ ਇਸ ਗੁਣ ਨੂੰ ਦੇਖਿਆ, ਜਿਹੜਾ ਗੁਣ ਜਿਹਦੇ ਕਰਕੇ ਅੱਜ ਮੈਂ ਇੱਥੇ ਹਾਂ। ਜਦੋਂ ਇਹ ਗੁਣ ਦੇਖਿਆ, ਉਹਨੇ ਮੇਰੀ ਫੈਮਿਲੀ ਨੂੰ ਫਿਰ ਇਹ ਦਿਖਾਇਆ। ਕਹਿਣ ਲੱਗੇ ਕੁਦਰਤ ਦੇ ਵੱਖਰੇ ਵੱਖਰੇ ਰੰਗ ਹੁੰਦੇ ਨੇ, ਆਹ ਰੰਗ ਵੀ ਦੇਖੋ। ਉਹਨਾਂ ਨੇ ਥੋੜ੍ਹੀ ਅਟੈਂਸ਼ਨ ਇਸ ਪਾਸੇ ਪੇ ਕੀਤੀ, ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਤੇ ਐਸੀਆਂ ਬਦਲੀਆਂ ਅੱਜ ਮੈਂ ਇਸ ਲੈਵਲ ਤੇ ਆ ਕੇ ਖੜਾ ਹਾਂ। ਮਤਲਬ ਇੱਕ ਚੀਜ਼ ਜੇ ਲੈ ਲਈ ਹੈ, ਇੱਕ ਦੂਸਰੀ ਚੀਜ਼ 'ਚ ਕੁਦਰਤ ਨੇ ਇਜ਼ਾਫਾ ਕਰ ਦਿੱਤਾ ਹੈ। ਇਹਦਾ ਜੇ ਦੇਖ ਬ੍ਰੇਨ ਦਾ ਲੈਵਲ ਵੀ ਹੁੰਦਾ, ਕਿਉਂਕਿ ਬ੍ਰੇਨ ਦੀ ਜਿਹੜੀ ਐਬਿਲਿਟੀ ਹੈ, ਜਿਹੜੀਆਂ ਸਾਡੀਆਂ ਆਟੋ ਓਪਰੇਟਿੰਗ ਸੈਂਸਿਸ ਹੈਗੀਆਂ ਨੇ, ਉਹਨਾਂ ਦੇ 'ਚ ਆਟੋਮੈਟਿਕਲੀ ਇੱਕ ਸਿਸਟਮ ਚੱਲਦਾ ਆ। ਉਹ ਸਾਈਡ ਕਿਤੇ ਉਹਦੀ ਵਾਇਰਿੰਗ ਦੇ ਵਿੱਚ ਵੀਕ ਰਹਿ ਗਈ। ਜਿਹੜਾ ਉਹ ਪਾਰਟ ਸੀਗਾ, ਉਹ ਪਾਰਟ ਉਹਦਾ ਜਿਹੜਾ ਡਾਟਾ ਕੰਟਰੋਲ ਕਰਨ ਵਾਲਾ ਜਿਹੜਾ ਪਾਰਟ ਆ ਸਾਡੇ ਬ੍ਰੇਨ ਦਾ, ਉਹਦੇ ਵਿੱਚ ਉਹ ਵਧਾ ਦਿੱਤਾ। ਮਤਲਬ ਇੱਕ ਚੀਜ਼ ਲਈ ਤੇ ਦੂਸਰੀ ਨਾਲ ਹੀ ਦੇ ਦਿੱਤੀ ਇਸ ਰੂਪ ਦੇ ਵਿੱਚ। ਤੇ ਹੁਣ ਉਹ ਕਹਿੰਦਾ ਮੈਂ ਦੋਨਾਂ ਨੂੰ ਬੈਲੈਂਸ ਐਵੇਂ ਕਰਦਾ ਆ ਕਿ ਜਦੋਂ ਮੈਂ ਇਸ ਕਿਸਮ ਦੀ ਚੀਜ਼ ਆਉਂਦੀ ਹੈ, ਕੋਈ ਮੈਨੂੰ ਬੜਾ ਵਡਿਆਉਂਦਾ ਹੈ, ਸਭ ਕੁਝ ਕਰਦਾ ਆ, ਮੈਂ ਕਹਿੰਦਾ ਕਦੀ ਮੈਨੂੰ ਮੇਰੀ ਇਸੇ ਬ੍ਰੇਨ ਦੀ ਐਬਿਲਿਟੀ ਕਰਕੇ ਗਾਲਾਂ ਪੈਂਦੀਆਂ ਸੀਗੀਆਂ ਵੀ ਇਹ ਇੱਕ ਚੀਜ਼ ਜਿਹੜੀ ਹੈ ਇਹਦੇ 'ਚ ਇਹਦਾ ਜਿਹੜਾ ਹੈਗਾ ਇਹ ਕੰਟਰੋਲ ਨਹੀਂ ਹੈਗਾ, ਸਭ ਚੀਜ਼ਾਂ ਹੈਗੀਆਂ ਨੇ। ਹੁਣ ਕਿਉਂਕਿ ਉਹਦੇ ਕਰਕੇ ਆਹ ਚੀਜ਼ ਵੱਧ ਗਈ, ਇਹਦੇ ਕਰਕੇ ਮੈਨੂੰ ਮਾਣ ਮਿਲ ਰਿਹਾ ਆ। ਐਕਚੁਅਲੀ ਮੈਂ ਕੌਣ ਹੁੰਨਾ ਮਾਣ ਲੈਣ ਵਾਲਾ, ਕਰਨ ਵਾਲਾ ਤੇ ਉਹੀ ਹੈ। ਕਹਿੰਦਾ ਇਸ ਤਰੀਕੇ ਨਾਲ ਬਾਤ ਬਣ ਗਈ। ਮੈਂ ਉਹਨੂੰ ਦੇਖਿਆ, ਮੈਂ ਕਿਹਾ ਵਾਓ, ਦੈਟਸ ਇਹ ਟੋਟਲੀ ਡਿਫਰੈਂਟ ਲੈਵਲ ਹੈ ਤੇਰਾ ਇਸ ਚੀਜ਼ ਨੂੰ ਪਰਸੀਵ ਕਰਨ ਦਾ ਤੇ ਪ੍ਰੋਸੈਸ ਕਰਨ ਦਾ। ਮੈਂ ਇੱਕ ਕਮਜ਼ੋਰੀ ਤੋਂ ਇੱਕ ਖੂਬੀ ਵਾਲੇ ਪਾਸੇ ਬੰਦੇ ਨੂੰ ਜਾਂਦੇ ਦੇਖਿਆ। ਜਿਹੜੀ ਚੀਜ਼ ਬੰਦੇ ਦੇ ਕੋਲ ਖੂਬੀ ਦੇ ਤੌਰ ਤੇ ਆਏ ਤੇ ਬੰਦਾ ਉਸ ਖੂਬੀ ਨੂੰ ਸਾਰੇ ਕਾਸੇ ਨੂੰ ਕਰਕੇ ਉਹਦੇ ਤੇ ਸੁਆਹ ਪਾ ਦੇ, ਖੀਰ ਬਣਾ ਕੇ, ਕੈਸਾ ਮਾੜਾ ਆਦਮੀ ਹੋਏਗਾ ਆਪ ਸੋਚ ਕੇ ਦੇਖੋ। ਇਹ ਤੇ ਗੁਰੂ ਸਾਹਿਬ ਨੇ ਕਿਹਾ ਨਾ, ਚੰਗਾ ਕੰਮ ਕਰਦਾ ਹੈ ਨਾ, ਆਪਾਂ ਬੀਤੇ ਕੱਲ ਵਿਚਾਰ ਰਹੇ ਸੀ ਨਾ, ਜੇ ਇੱਕ ਅੱਧ ਕਰੇ ਚੰਗਿਆਈ ਮਨ ਚਿਤ ਬਹੁਤ ਵਫਾਵੈ ਬਿਫਰਦਾ ਬੜਾ ਨਾ। ਭਾਈ ਜਿਨ੍ਹਾਂ ਨੇ ਏਡੇ ਏਡੇ ਗੁਣ, ਇੰਨੀਆਂ ਖੂਬੀਆਂ ਅਪਣਾਈਆਂ, ਗੁਰੂ ਅਰਜਨ ਸਾਹਿਬ ਦੀ ਬਾਤ ਕਰ ਰਹੇ ਸੀ ਅਸੀਂ, ਹੋਰ ਰੂਹਾਂ ਦੀਆਂ ਬਾਤ ਕਰ ਰਹੇ ਸੀ। ਸਾਹਿਬ ਕਹਿੰਦੇ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਭਾਈ ਇਹ ਮਨੁੱਖ ਕੀ ਕਰ ਸਕਦਾ ਆ, ਉਹ ਦਾਤੇ ਨੇ ਸਮਰੱਥਾ ਦਿੱਤੀ, ਉਹਦੇ ਕਰਕੇ ਚੀਜ਼ ਹੋ ਪਾਈ। ਅਗਲਾ ਬਚਨ ਹੈ ਭਗਤ ਸੋਹਨ ਹਰ ਕੇ ਗੁਣ ਗਾਵੇਂ ਸਦਾ ਕਰਹਿ ਜੈਕਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵੇਂ। ਭਗਤ ਉਹ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਇੱਕ ਸ਼ੋਭਨੀਕ ਚੀਜ਼ ਆ ਜਾਂਦੀ ਹੈ। ਭਗਤ ਆਮ ਬੰਦਿਆਂ ਵਰਗੇ ਬੰਦੇ ਹੁੰਦੇ ਨੇ, ਹੱਡ ਮਾਸ ਤੇ ਬਣੇ ਹੋਏ, ਅਨਾਜ ਖਾਂਦੇ ਨੇ, ਇਹਨਾਂ ਸੜਕਾਂ ਤੇ ਤੁਰਦੇ ਨੇ, ਉਹ ਸੇਮ ਤਰ੍ਹਾਂ ਦੇ ਲੋਕ ਨੇ। ਪਰ ਖੂਬੀ ਕੀ ਉਹਨਾਂ ਦੇ ਵਿੱਚ, ਭਗਤ ਸੋਹਨ ਹਰ ਕੇ ਗੁਣ ਗਾਵੇਂ, ਉਹ ਹਰੀ ਦਾ ਗੁਣਗਾਨ ਕਰਦੇ ਨੇ, ਹਰੀ ਦੀ ਜਿਹੜੀ ਹੈ ਉਹ ਬਾਤ ਪਾਉਂਦੇ ਨੇ। ਆਪ ਅਹਿਸਾਸ ਕਰੋ ਕਿ ਜਦੋਂ ਅਸੀਂ ਨਿੱਜੀ ਤੌਰ ਤੇ ਗੱਲਬਾਤ ਕਰਦੇ ਹਾਂ, ਸਾਡੀ ਗੱਲਬਾਤ ਦਾ ਜਿਹੜਾ ਮਜ਼ਮੂਨ ਆ ਉਹ ਦੱਸਦਾ ਅਸੀਂ ਕਿੱਥੇ ਖੜੇ ਹਾਂ। ਸਾਡੀ ਗੱਲਬਾਤ ਦੇ ਮਜ਼ਮੂਨ ਦੇ ਵਿੱਚ ਮੋਸਟਲੀ ਸਾਡਾ ਹੰਕਾਰ ਝਲਕਦਾ ਹੈ। ਅਸੀਂ ਹਰ ਦੂਸਰੀ ਤੀਸਰੀ ਗੱਲ ਜਿਹੜੀ ਹੈ ਉਹ ਆਪਣੀ ਵਡੱਪਣ ਦੀ, ਆਪਣੀ ਵਡਿਆਈ ਦੀ,
अपनी हंकार ਨੂੰ ਇਜ਼ਾਫਾ ਕਰਨ ਵਾਲੀਆਂ ਚੀਜ਼ਾਂ ਕਰਦੇ ਆ। ਜਿਵੇਂ ਕਈ ਵਾਰ ਲੋਕ ਕਹਿੰਦੇ ਨਾ ਭਾਈ ਸਿਮਰਨ ਕਾਹਦੇ ਲਈ ਕਰਨਾ ਹੈ, ਬਾਣੀ ਕਾਹਦੇ ਲਈ ਪੜ੍ਹਨੀ ਹੈ, ਭਾਈ એનર્ਜੀ ਹੈ। ਵੈਸੇ ਵੀ ਤੁਸੀਂ ਜੇ ਗੱਲਾਂ ਬਾਤਾਂ ਕਰੋਗੇ ਤੇ ਗੱਲਾਂ ਬਾਤਾਂ ਦਾ ਜੇ ਸਬਜੈਕਟ ਸਹੀ ਨਹੀਂ ਹੋਏਗਾ, ਆਪ ਘਰਾਂ ਥਾਵਾਂ ਦੀ ਲੜਾਈ ਦੇਖੋ। ਕਨਵਰਸੇਸ਼ਨ ਹੋਈ, ਕੋਈ ਕਨਵਰਸੇਸ਼ਨ ਦੇ ਵਿੱਚ ਕੁਝ ਫੈਮਿਲੀ ਮੈਂਬਰਸ ਇਨਵੋਲਵ ਹੋਏ, ਇੱਕ ਫੈਮਿਲੀ ਮੈਂਬਰ ਨੂੰ ਲੱਗਾ ਇਹ ਆਪਣੇ ਆਪ ਨੂੰ ਜ਼ਿਆਦਾ ਵਡਿਆ ਰਿਹਾ ਹੈ, ਇਹ ਸੋਚ ਰਿਹਾ ਸਾਰਾ ਘਰ ਹੀ ਚਲਾ ਰਿਹਾ, ਇਹ ਸੋਚ ਰਿਹਾ ਇਹ ਜ਼ਿਆਦਾ ਇੰਪੋਰਟੈਂਟ ਮੈਂਬਰ ਹੈ ਘਰ ਦਾ, ਮੈਂ ਘੱਟ ਹਾਂ, ਮੈਂ ਵੀ ਆਪਣੀ ਗੱਲ ਕਰਾਂਗਾ। ਦੂਸਰੇ ਨੂੰ ਲੱਗਾ ਮੇਰੀ ਗੱਲ ਟੋਕ ਰਿਹਾ, ਜਦੋਂ ਮੇਰੀ ਗੱਲ ਹੁੰਦੀ ਇਹ ਗੱਲ ਵਿੱਚ ਆਪਣੀ ਕਰਨ ਲੱਗ ਜਾਂਦਾ, ਝਗੜਾ ਸ਼ੁਰੂ ਹੋ ਗਿਆ। ਐਕਚੁਅਲੀ ਆਹੀ ਲੜਾਈ ਹੈ, ਹਉਮੈ ਦਾ ਟਕਰਾਅ ਆ। ਜਿੱਥੇ ਹਉਮੈ ਕਲੈਸ਼ ਕਰਦੀ ਹੈ ਬਸ ਮਫਾਦ ਸ਼ੁਰੂ ਹੋ ਜਾਂਦਾ। ਇਹਦੇ ਮੁਕਾਬਲਤਨ ਕੀ ਗੱਲ ਕੀਤੀ ਜਾਏ? ਇਹਦੇ ਮੁਕਾਬਲਤਨ ਵੱਡੀ ਗੱਲ ਕੀਤੀ ਜਾਏ। ਵੱਡੀ ਗੱਲ ਕਿਹੜੀ ਕਰੋਗੇ? ਬਾਣੀ ਦੀ ਗੱਲ ਕਰੋ, ਵਿਰਾਸਤ ਦੀ ਗੱਲ ਕਰੋ, ਮਨੁੱਖਤਾ ਦੀ ਗੱਲ ਕਰੋ, ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕਰੋ। ਭਗਤ ਉਹ ਨੇ ਜਿਹੜੇ ਇਹ ਗੁਣਗਾਨ ਕਰਦੇ ਨੇ, ਜਿਹੜੇ ਇਸ ਕਿਸਮ ਦੀ ਤਸੱਵੁਰਤਾ 'ਚ ਆ ਜਾਂਦੇ ਨੇ। ਸਾਡੇ ਇੱਕ ਪ੍ਰੋਫੈਸਰ ਹੁੰਦੇ ਸੀ ਪੜ੍ਹਾਉਣ ਵਾਲੇ, ਸਾਨੂੰ ਗੁਰਬਾਣੀ ਫਿਲਾਸਫੀ ਪੜ੍ਹਾਉਂਦੇ ਸੀ ਐਕਚੁਅਲੀ। ਅਤੇ ਅਸੀਂ ਉਹਨਾਂ ਨੂੰ ਦੇਖਣਾ ਕਿ ਆਈਦਰ ਉਹ ਗੁਰਬਾਣੀ ਦੀ ਕੋਈ ਪੋਥੀ ਲੈ ਕੇ ਬੈਠੇ ਨੇ, ਅਦਰਵਾਈਜ਼ ਕੋਈ ਬੁੱਕ ਪੜ੍ਹ ਰਹੇ ਨੇ। ਜੇ ਉਹਨਾਂ ਕੋਲ ਕੋਈ ਬੰਦਾ ਚਲਾ ਜਾਏ, ਈਵਨ ਕੋਈ ਉਹਨਾਂ ਦਾ ਰਿਸ਼ਤੇਦਾਰ ਆ ਜਾਏ, ਕੋਈ ਦੋਸਤ ਮਿੱਤਰ ਆ ਜਾਏ, ਉਹ ਆ ਕੇ ਉਹਨਾਂ ਨਾਲ ਗੱਲਬਾਤ ਕਰੇ, ਕੋਈ ਇੱਕ ਅੱਧੀ ਗੱਲ ਪੁੱਛੇ ਕੋਈ, ਅਤੇ ਉਹ ਥੋੜ੍ਹਾ ਬਹੁਤ ਹਾਂ ਨਾ ਜਵਾਬ ਦਿੰਦੇ। ਉਸ ਤੋਂ ਬਾਅਦ ਉਹ ਗੱਲ ਤੋਰਦਾ, ਅੱਛਾ ਫਿਰ ਹੋਰ ਸੁਣਾਓ, ਪਰਿਵਾਰ ਕਿਵੇਂ ਹੈ, ਬੱਚੇ ਕਿਵੇਂ ਹੈ, ਫਲਾਂ ਕਿਵੇਂ ਹੈ। ਅਸੀਂ ਦੇਖਿਆ ਉਹ ਰਾਈਟ ਵੇ ਕਹਿਣ ਵੀ ਮੈਂ ਮਾਜ਼ਰਤ ਚਾਹਾਂਗਾ, ਤੁਹਾਡੇ ਤੋਂ ਮਾफ़ੀ ਚਾਹਾਂਗਾ, ਮੇਰਾ ਥੋੜ੍ਹਾ ਜ਼ਰੂਰੀ ਕੰਮ ਹੈ ਕੋਈ, ਮੈਂ ਉਹ ਕਰ ਰਿਹਾ, ਜੇ ਤੁਸੀਂ ਮਾਈਂਡ ਨਹੀਂ ਕਰਦੇ, ਜੇ ਤੁਸੀਂ ਗਿਲਾ ਨਹੀਂ ਲੱਗਦਾ ਤੁਹਾਨੂੰ, ਅਤੇ ਤੁਸੀਂ ਮੈਨੂੰ ਥੋੜ੍ਹਾ ਟਾਈਮ ਦੇ ਦਿਓਗੇ। ਤਾਂ ਅਸੀਂ ਕਹਿਣਾ ਬੜੇ ਬਿਜ਼ੀ ਹੋਣਗੇ। ਉਸੇ ਸਮੇਂ ਹੋਰ ਕੋਈ ਸ਼ਖਸ ਆ ਜਾਏ, ਕੋਈ ਸਟੂਡੈਂਟ ਚਲਾ ਜਾਏ, ਕੋਈ ਗੁਰਬਾਣੀ ਬਾਰੇ ਗੱਲ ਤੁਰ ਪਏ, ਭਾਵੇਂ 4 ਘੰਟੇ ਬੈਠੇ ਰਹੋ, 6 ਘੰਟੇ ਬੈਠੇ ਰਹੋ। ਅਸੀਂ ਇੱਕ ਦੋ ਵਾਰੀ ਅਸੀਂ ਕਿਹਾ ਕਿ ਇਹ ਕੋਈ ਅਟਪਟੀ ਜੀ ਗੱਲ ਲੱਗਦੀ ਹੈ ਸਾਨੂੰ, ਤੁਸੀਂ ਕਿਤੇ ਉਹਨੂੰ ਕਹਿ ਰਹੇ ਮੇਰੇ ਕੋਲ ਟਾਈਮ ਨਹੀਂ ਹੈਗਾ, ਬਾਅਦ 'ਚ ਗੱਲ ਹੋਣ ਲੱਗੀ, ਉਹ ਕਹਿੰਦੇ ਬਸ ਇਹਦੇ ਲਈ ਟਾਈਮ ਹੀ ਟਾਈਮ ਹੈ, ਉਹਦੇ ਲਈ ਕੋਈ ਟਾਈਮ ਨਹੀਂ ਹੈ, ਕਿਉਂਕਿ ਉਹਦੇ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਗਾ। ਹੰਕਾਰ ਦੀ ਇਜ਼ਾਫੇਦਾਰੀ ਹੈ, ਜਾਂ ਉਹਦੇ ਦੀ ਹੋ ਰਹੀ ਹੈ, ਮੇਰੇ ਦੀ ਹੋ ਰਹੀ ਹੈ। ਮਤਲਬ ਜਿਹੜਾ ਬੰਦਾ ਇਸ ਲੈਵਲ 'ਤੇ ਅਵੇਅਰ ਹੋ ਜਾਏ। ਇਸੇ ਲਈ ਸਾਡੇ ਬਾਣੀਕਾਰ ਭਗਤ ਸਾਹਿਬਾਨ ਉਹ ਵਾਰ-ਵਾਰ ਇਹੋ ਗੱਲ 'ਤੇ ਇੰਫਸਾਈਜ਼ ਕਰਦੇ ਨੇ। ਬੰਦਾ ਕਈ ਵਾਰ ਸੋਚਦਾ ਹੈ ਇਹ ਗੁਰੂ ਸਾਹਿਬ ਕਿਵੇਂ ਗੱਲ ਕਹੀ ਜਾ ਰਹੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਇਹਨਾਂ ਚੀਜ਼ਾਂ ਦੇ ਵੀ ਕਦੀ ਭੁੱਖ ਲੱਗਦੀ ਹੈ, ਇਹ ਵੀ ਚੀਜ਼ਾਂ ਕਦੀ ਜ਼ਿੰਦਗੀ ਦਾ ਮੂਲ ਬਣ ਜਾਂਦੀਆਂ ਨੇ। ਬਾਬਾ ਜੀ ਕਹਿੰਦੇ ਹਾਂ ਭਾਈ, ਇਹ ਸ਼ਬਦ ਕਿਵੇਂ ਅਸੀਂ ਕਹਿ ਸਮਝ ਸਕਦੇ ਹਾਂ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਵੀ ਇਹ ਕਿਵੇਂ ਹੋ ਸਕਦਾ ਹੈ? ਇੱਕ ਘੜੀ ਦੇ ਵਿਛੋੜੇ ਦਾ ਕਲਯੁਗ ਕਿਹਾ ਗਿਆ। ਇੱਥੇ ਇਹ ਜ਼ਿਕਰ ਕੀਤਾ ਗਿਆ ਕਿ ਮਾਲਕ ਤੇਰੇ ਤੋਂ ਵਿਛੜ ਕੇ ਇੱਕ ਪਲ ਵੀ ਜਿਹੜਾ ਆ ਉਹ ਮੇਰੇ ਵਾਸਤੇ ਸੂਲ ਦੇ ਨੁਮਾਇੰਦੇ ਆ, ਇਹ ਕਿਵੇਂ ਹੋ ਸਕਦਾ ਆ? ਸਾਹਿਬ ਪਾਤਸ਼ਾਹ ਇਸ ਕਰਕੇ ਬਿਆਨ ਕਰਦੇ ਕਿਉਂਕਿ ਭਗਤ ਸੋਹਣ ਹਰ ਕੇ ਗੁਣਗਾਮ ਹੈ। ਉਹਨਾਂ ਨੂੰ ਇਹੋ ਹੀ ਚੀਜ਼ ਪਿਆਰੀ ਲੱਗਦੀ, ਉਹਦਾ ਗੁਣਗਾਨ ਹੋਣਾ। ਫਿਰ ਸਦਾ ਕਰਹਿ ਜੈਕਾਰਾ ਰਾਮ, ਜੈਕਾਰਾ ਇਹ ਜੈ ਕਰਨੀ ਭਾਰਤੀ ਖਿੱਤੇ ਦੀ ਆਮ ਲੈਂਗੁਏਜ ਭਾਸ਼ਾ ਆ, ਜੈ ਕਹਿਣਾ ਕਿਸੇ ਨੂੰ। ਐਕਚੁਅਲ ਲੈਵਲ 'ਤੇ ਅਸੀਂ ਮੋਸਟਲੀ ਤੇ ਆਪਣੀ ਜੈ ਲੱਭਦੇ ਹਾਂ, ਵੀ ਸਾਡੀ ਜੈ ਹੋਏ, ਵੀ ਸਾਨੂੰ ਸਾਡਾ ਚਰਚਾ ਹੋਏ, ਸਾਡੀ ਜ਼ਿਕਰ-ਏ-ਆਬਤਾ ਹੋਏ ਹਰ ਥਾਂ ਦੇ ਉੱਤੇ। ਮਹਾਰਾਜ ਬਿਆਨ ਕਰਦੇ ਜੈਕਾਰ ਕਰੋ ਉਹਦਾ ਜੋ ਸੱਚ ਆ। ਸਾਡਾ ਜਿਹੜਾ ਜੈਕਾਰਾ ਆ, ਮਤਲਬ ਤੁਸੀਂ ਦੋ ਰੂਪ ਦੇਖੋ, ਇੱਕ ਤੇ ਮਤਲਬ ਸਾਡਾ ਜਿਹਨੂੰ ਅਸੀਂ ਕਹਿੰਦੇ ਹਾਂ ਸਾਡੀ ਗ੍ਰੀਟਿੰਗਸ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੀ ਚੜ੍ਹਦੀ ਕਲਾ ਵੀ ਹੈ, ਉਹਦੇ ਸਭ ਕੁਝ ਹੈ, ਪਰ ਹੈ ਵਾਹਿਗੁਰੂ, ਉਹਦਾ ਜ਼ਿਕਰ ਹੈ। ਜੇ ਆਪਾਂ ਸਿੱਧੇ ਤੌਰ 'ਤੇ ਜੈਕਾਰੇ ਦੀ ਵੀ ਗੱਲ ਕਰੀਏ ਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਆਪਣੇ ਜੀਵਨ ਯਾਪਨ 'ਚ ਦੇਖਦੇ ਹਾਂ, ਆਪ ਸਿੱਧ ਗੋਸ਼ਟ ਪੜ੍ਹੋ, ਉਹਦੇ ਸਾਹਿਬ ਜ਼ਿਕਰ ਕਰਦੇ ਜਦੋਂ ਸਿੱਧਾਂ ਨੂੰ ਜਾ ਕੇ ਬਾਬਾ ਜੀ ਮਿਲਦੇ, ਜਾ ਕੇ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ, ਸਾਰੇ ਸਿੱਧ ਆਸਨ ਲਾ ਕੇ ਬੈਠੇ ਨੇ, ਉੱਥੇ ਸੰਤ ਲੋਕ ਗਏ ਨੇ। ਸੰਤ ਲੋਕ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ,
ਜਿਨ੍ਹਾਂ ਨੇ ਸੱਤ ਨੂੰ ਰਿਝਾਣਾ ਆ, ਜਿਨ੍ਹਾਂ ਦੇ ਜੀਵਨ ਦਾ ਮਕਸਦ ਹੀ ਸਚਿਆਰ ਹੋਣਾ ਆ। ਸੋ ਉਹਨਾਂ ਨੇ ਜਾ ਕੇ ਕੀ ਕੀਤਾ, ਉਹਨਾਂ ਨੇ ਸੱਚੇ ਸੰਤ ਦਾ ਜੈਕਾਰ ਕੀਤਾ। ਮਤਲਬ ਕਿਤੇ ਬੰਦਾ ਗਿਆ ਸੀ, ਜਿਹਦੇ ਕੋਲ ਗਿਆ ਪਹਿਲਾਂ ਜਾ ਕੇ ਉਹਨੂੰ ਵਡਿਆਇਆ, ਜਿਵੇਂ ਮੀਰਜ਼ਾਦੇ ਕਰਦੇ ਨੇ। ਬਾਬਾ ਨਾਨਕ ਜੀ ਨੇ ਕੰਮ ਨਾ ਕੀਤਾ। ਸਿੱਧ ਗੋਸ਼ ਸ਼ੁਰੂ ਇੱਥੋਂ ਹੋਈ ਕਿ ਸਿੱਧ ਸਭਾ ਕਰ ਆਸਨ ਬੈਠਿਓ, ਆਸਨ ਲਾ ਕੇ ਬੈਠੇ, ਸੰਤ ਸਭਾ ਜੈਕਾਰੋ। ਉਹਨਾਂ ਨੇ ਜਾ ਕੇ ਸੰਤ ਸਭਾ ਦੀ ਜੈਕਾਰ ਕੀਤੀ। ਉਹਨਾਂ ਦੀ ਜੈਕਾਰ ਕਿਹੜੀ ਸੀਗੀ? ਗੁਰੂ ਨਾਨਕ ਸਾਹਿਬ ਕੀ ਕਹਿੰਦੇ ਸਨ? ਸਤ ਕਰਤਾਰ। ਇਹ ਜੈਕਾਰਾ ਸੀਗਾ, ਜਾ ਕੇ ਲਗਾਤਾ। ਇਹ ਉਹਨਾਂ ਦੀ ਬੜੀ ਕਮਾਲ ਦੀ ਗੱਲ ਹੋਈ ਵੀ ਇਹ ਸਤ ਕਰਤਾਰ, ਇਹ ਕਿਹੜੀ ਗੱਲ ਹੈ? ਕਿਉਂਕਿ ਰਹਿਣ ਵਾਲਾ ਤੇ ਉਹੀ ਹੈ, ਸਿਰਜਣਹਾਰ ਸਤ ਉਹ ਹੈ, ਜੈਕਾਰ ਉਹਦਾ ਹੋਏ। ਜਿਹੜੇ ਧਰਮੀ ਲੋਕ ਨੇ ਉਹ ਕਹਿੰਦੇ ਮੈਂ ਤੇ ਵਕਤੀ ਤੌਰ ਤੇ ਇੱਕ ਪਾਣੀ ਦਾ ਬੁਲਬੁਲਾ ਆ, ਮੈਂ ਤੇ ਮਿਟ ਜਾਣਾ ਹੈ। ਭਈ ਰਹਿਣ ਵਾਲਾ ਨਾਮ ਹੈ ਕਰਤਾਰ ਦਾ, ਤੇ ਕਰਤਾਰ ਦੀ ਜੈ ਜੈਕਾਰ ਹੋਣੀ ਚਾਹੀਦੀ ਹੈ। ਇਸ ਕਰਕੇ ਮਨੁੱਖਾਂ ਦੀ ਦੁਨੀਆ ਦੇ ਵਿੱਚ ਆਪਣੀ ਜੈ ਜੈਕਾਰ ਲੱਭਣ ਦੇ ਮੁਕਾਬਲਤਨ ਬੰਦਾ ਉਹਦੀ ਜੈਕਾਰ ਕਰੇ ਜਿਹੜਾ ਰਹਿਣ ਵਾਲਾ ਆ। ਪਰਿਵਾਰਾਂ ਵਿੱਚ ਵੀ ਇਹੋ ਹੀ ਹੋਏ, ਕੋਈ ਚੰਗਾ ਕੰਮ ਹੋ ਗਿਆ, ਕੋਈ ਚੀਜ਼ ਹੋ ਗਈ, ਭਈ ਜੈ ਹੋਏ ਤੇਰੀ, ਭਈ ਮੇਰੀ ਕਾਹਦੀ ਜੈ, ਜੈ ਤੇ ਦਾਤੇ ਦੀ ਹੈ, ਕਰਤਾਰ ਦੀ ਹੈ, ਕਰਾਉਣ ਵਾਲਾ ਉਹ ਹੈ। ਇੱਥੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ ਸਾਹਿਬ ਕਹਿੰਦੇ ਭਗਤ ਸੋਨ ਹਰ ਕੇ ਗੁਣ ਗਾਵੇਂ ਸਦਾ ਕਰਹਿ ਜੈਕਾਰਾ ਰਾਮ। ਉਹਦਾ ਹੀ ਜੈਕਾਰਾ ਕਰਦੇ। ਜੇ ਬੜਾ ਪਰਿਵਾਰ ਵਿੱਚ ਕੋਈ ਵੱਡਾ ਕੰਮ ਵੀ ਕਿਸੇ ਤੋਂ ਹੋ ਗਿਆ ਤੇ ਉਹ ਬੰਦਾ ਕਹੇ ਵੀ ਹਾਂ ਵੀ ਹੁਣ ਮੇਰਾ ਗੁਣਗਾਨ ਕਰੋ, ਉਹ ਬਲਕਿ ਸਿਆਣਾ ਇਹ ਕਹੇਗਾ ਆਪਾਂ ਇੱਕ ਕੰਮ ਕਰੀਏ, ਰਲ ਕੇ ਪਾਠ ਕਰਦੇ ਆ, ਅਰਦਾਸ ਕਰਕੇ ਦਾਤੇ ਦਾ ਸ਼ੁਕਰ ਕਰਦੇ ਆ, ਦਾਤਾ ਧੰਨਵਾਦ ਹੈ ਤੇਰਾ, ਕੈਸੀਆਂ ਕਦਰਾਂ ਕੀਮਤਾਂ ਹੋਣਗੀਆਂ। ਆਪ ਆਈਡੀਆ ਲਾਓ। ਇਹੋ ਜੀ ਸੋਚ ਜਿਹੜੀ ਹੈ। ਅਗਲਾ ਬਚਨ ਲਿਖਿਆ ਗੁਰੂ ਸਾਹਿਬ ਨੇ, ਗੁਣ ਗਾਏ ਗੋਬਿੰਦ ਆਨੰਦ ਉਪਜੇ। ਜਦੋਂ ਤੁਸੀਂ ਇਹ ਚੀਜ਼ ਕਰੋਗੇ ਨਾ, ਫਿਰ ਆਨੰਦ ਪੈਦਾ ਹੋਏਗਾ, ਖੇੜਾ ਪੈਦਾ ਹੋਏਗਾ। ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਸਪਿਰਿਚੁਅਲ ਅੰਗੇਜਮੈਂਟ ਵਿੱਚ ਨਹੀਂ ਲੈ ਕੇ ਜਾਂਦੇ, ਸਪਿਰਿਚੁਅਲ ਸਾਈਡ 'ਤੇ ਅਸੀਂ ਨਹੀਂ ਇਨਵੋਲਵ ਕਰਦੇ, ਸਾਡੇ ਜੀਵਨ ਵਿੱਚ ਅਸਲ ਰਹਿਣ ਵਾਲੀ ਖੁਸ਼ੀ ਨਹੀਂ ਆਏਗੀ। ਜੇ ਆਪਾਂ ਇਹਨੂੰ ਮੈਂ ਸਰਲ ਕਰਕੇ ਬਿਆਨ ਕਰਾਂ ਨਾ, ਮਨੁੱਖ ਦੀ ਖੁਸ਼ੀ ਕਿਸੇ ਨੂੰ ਜਲਾ ਕੇ ਹੈ, ਈਰਖਾ ਵਿੱਚ। ਮਤਲਬ ਮੈਂ ਇਸ ਕਰਕੇ ਚੰਗਾ ਬਣ ਰਿਹਾ ਤਾਂ ਕਿ ਮੇਰੀ ਚੰਗਿਆਈ ਕਿਸੇ ਨੂੰ ਛੁਟਿਆ ਸਕੇ, ਇਹ ਬੜੀ ਅਲਾਮਤ ਹੈ। ਮੈਂ ਇਸ ਕਰਕੇ ਆਪਣੇ ਆਪ ਨੂੰ ਅਮੀਰ ਬਣਾ ਰਿਹਾ, ਆਪਣੇ ਆਪ ਨੂੰ ਵੱਡਾ ਕਰ ਰਿਹਾ, ਭਾਵੇਂ ਉਹ ਕੈਰੀਅਰ ਵਾਈਜ਼ ਜਾਂ ਕਿਸੇ ਚੀਜ਼ 'ਚ, ਤਾਂ ਕਿ ਮੈਂ ਕਿਸੇ ਨੂੰ ਆਪਣੀ ਇਸ ਵਡਿਆਈ ਦੇ ਨਾਲ ਜਲਾਣਾ ਆ, ਸਾੜਨਾ ਆ। ਇਹਦੇ 'ਚੋਂ ਖੁਸ਼ੀਆਂ ਨਹੀਂ ਜਨਰੇਟ ਹੁੰਦੀਆਂ। ਬਲਕਿ ਬੰਦਾ ਸਭ ਕੁਝ ਕਰਦਾ ਹੋਇਆ ਫਿਰ ਅਰਦਾਸ ਕਰੇ, ਦਾਤਾ ਕੁਝ ਬਣਾਇਆ ਹੀ, ਕਿਸੇ ਕਾਬਲ ਬਣਾਇਆ ਹੀ, ਤਰਸ ਕਰੀ ਇਹ ਕਾਬਲੀਅਤ ਕਿਸੇ ਦੇ ਕੰਮ ਆ ਸਕੇ, ਕਿਸੇ ਦੇ ਭਲੇ 'ਚ ਜਾ ਸਕੇ, ਕਿਸੇ ਦੇ ਵਾਸਤੇ ਮੈਂ ਭਲਾਈ ਕਰ ਸਕਾਂ, ਚੰਗਿਆਈ ਕਰ ਸਕਾਂ, ਆਸਾਨੀ ਕਰ ਸਕਾਂ। ਇਹ ਜਿਹੜੀ ਚੀਜ਼ ਗੁਰੂ ਸਾਹਿਬ ਨੇ ਕਿਹਾ, ਗੁਣ ਗਾਏ ਗੋਬਿੰਦ, ਇਹ ਗੋਬਿੰਦ ਦਾ ਗੁਣਗਾਨ ਕਰਨਾ ਹੈ, ਇਹ ਸ਼ੁਕਰਗੁਜ਼ਾਰੀਅਤ ਹੈ ਕਰਤਾਰ ਦੀ। ਆਨੰਦ ਉਪਜੇ, ਇਹਦੇ 'ਚੋਂ ਖੁਸ਼ੀ ਉਪਜਦੀ ਹੈ। ਸਾਧ ਸੰਗਤ ਸੰਗ ਬਣੀ, ਸਾਧ ਸੰਗਤ ਸੰਗ ਬਣੀ। ਜਿਸ ਸੁਸਾਇਟੀ 'ਚ ਅੱਜ ਅਸੀਂ ਵੱਧ ਰਹੇ ਹਾਂ, ਬੜੀ ਕਾਬਲ ਸੁਸਾਇਟੀ ਹੈ। ਇੱਥੇ ਸਕਿਲਡ ਲੋਕ ਨੇ, ਇੱਥੇ ਪ੍ਰੋਫੈਸ਼ਨਲ ਲੋਕ ਨੇ, ਇੱਥੇ ਲੋਕਾਂ ਨੂੰ ਜਿੱਡੇ ਵਧੀਆ ਤਰੀਕੇ ਨਾਲ, ਭਾਵੇਂ ਉਹ ਮੈਡੀਕਲ ਸਾਈਡ ਹੈ, ਇੰਜੀਨੀਅਰਿੰਗ ਸਾਈਡ ਹੈ, ਟੈਕਨੋਲੋਜੀ ਦੀ ਸਾਈਡ ਹੈ, ਐਨੀ ਕਾਈਂਡ ਆਫ ਫੀਲਡ, ਬਿਜ਼ਨਸ ਸਾਈਡ ਆ, ਜਿਵੇਂ ਇਹਨਾਂ ਨੂੰ ਡੀਲ ਕਰਨਾ ਆਉਂਦੇ, ਕੰਮ ਕਰਨੇ ਆਉਂਦੇ, ਲੋਕਾਂ ਨੂੰ ਨਹੀਂ ਕਰਨੇ ਆਉਂਦੇ। ਪਰ ਇਹ ਵੀ ਦੇਖੋਗੇ ਇਸ ਸੁਸਾਇਟੀ ਦੇ ਵਿੱਚ ਲਗਾਤਾਰ ਸਮਾਜ ਆਈਸੋਲੇਸ਼ਨ ਵਿੱਚ ਜਾ ਰਿਹਾ, ਆਈਸੋਲੇਟ ਹੋ ਰਿਹਾ। ਜਿਹੜਾ ਈਵਨ ਫੈਮਿਲੀ ਦਾ ਤਸੱਵੁਰ ਹੀ ਖਤਮ ਹੋ ਰਿਹਾ। ਇੱਥੇ ਮੰਨਿਆ ਜਾਂਦਾ ਹੈ ਦੋ ਜਿੰਨੇ ਹਾਈਲੀ ਐਜੂਕੇਟਡ ਪ੍ਰੋਫੈਸ਼ਨਲਸ ਹੋਣਗੇ, ਹਾਈਲੀ ਐਜੂਕੇਟਡ ਲੋਕ ਹੋਣਗੇ, ਉਹ ਹੋਰ ਤੇ ਚੰਗੇ ਤੋਂ ਚੰਗਾ ਟਾਸਕ ਕਰ ਸਕਦੇ ਨੇ, ਵਰਕ ਪ੍ਰੋਜੈਕਟ ਕਰ ਸਕਦੇ, ਬਹੁਤ ਕੁਝ ਕਰ ਸਕਦੇ ਨੇ। ਫੈਮਿਲੀ ਲਾਈਫ ਨਹੀਂ ਜੀ ਸਕਦੇ ਚੰਗੀ। ਜੇ ਉਹਨਾਂ ਨੂੰ ਇਹੋ ਜਿਹੀ ਸੈਟਿੰਗ 'ਚ ਪਾ ਦਿਓਗੇ, they might not be actually good couple, they might not be a good companion for each other। ਇਹਦੇ ਕਾਰਨ ਕੀ ਬਣ ਰਹੇ ਨੇ? ਉਹਦਾ ਇੱਕੋ ਹੀ ਅਲਾਮਤ ਹੈ, ਹਉਮ ਹੈ। ਕਿਉਂਕਿ ਜਿੱਥੇ ਬੰਦਾ ਇਸ ਰੂਪ ਵਿੱਚ ਆਉਂਦਾ ਤੇ ਫਿਰ ਰੂਹਾਨੀਅਤ ਦਾ ਜਿਹੜਾ ਸਭ ਤੋਂ ਪਹਿਲਾ ਪਾਠ ਆ ਉਹ ਹੈ ਸੰਗਤ। ਤੇ ਸੰਗਤ ਬੰਦਾ ਕਹੇ ਮੈਂ ਬਾਹਰ ਜਾ ਕੇ ਕਰਦਾ, ਭਈ ਬਾਹਰ ਜਿਹੜੀ ਸੰਗਤ ਕਰਦਾ ਹੈ ਉਹ ਸੰਗਤ ਨਹੀਂ, ਜਿੰਨੀ ਦੇਰ ਤੱਕ ਤੈਨੂੰ ਆਪਣੇ ਸੰਗੀਆਂ ਦੇ ਵਿੱਚ ਸਹੀ ਤਰੀਕੇ ਨਾਲ ਰਹਿਣਾ ਨਹੀਂ ਆਉਂਦਾ। ਜਿੱਥੇ ਘਰ ਸੰਗਤ ਨਹੀਂ, ਉੱਥੇ ਬਾਹਰ ਵੀ ਸੰਗਤ ਨਹੀਂ। ਇਹ ਚੇਤੇ ਰੱਖਿਆ ਜੇ। ਕਿਉਂਕਿ ਜਿਹੜਾ ਪਹਿਲਾ ਗੁਰੂ ਸਾਹਿਬ ਨੇ ਕਿਹਾ ਸੀ ਨਾ,
कि जिहड़ी तुहाडी सब तो पहली संगत आ वो तुहाडे घर दी चार दीवारी है। इत्थे बचन आया है साध संगत संग बनी, फिर उन्होंने बनी बन आउणी किहदे नाल? सतसंगियां दे नाल। ते सतसंगी कौन ने? जिन्हां च कुछ गुण ने, जिन्हां च कुछ गुणात्मक पक्ष आ। फिर ये भी चीज़ मैं विनती करांगा, बंदा जैसी दृष्टि तैसी सृष्टि। जे मेरे अंदर हर वक्त करते होने की बिरती भारू है, मैं जिन्हों असीं बहुत परफैक्शनिस्ट होना भी कहने आ, मैं अपने आप को परफेक्ट तसव्वुर करदा, मैं परफैक्शनिस्ट वाली पासे उसकी अलामत रखदा, मैनूं दूजियां च औगण ज़्यादा दिसणगे, अलामतां ज़्यादा दिसणगियां। तो ये अलामतां जदों आले दुआले बहुत ज़्यादा दिसणगियां, फिर बंदा साझा नहीं वधा सकेगा। फिर उस तरीके नाल क्योंकि औगण देखदा है, अलामतां देखदा है, तो उहदे विच ही उलझ के रह जाएगा। अक्सर असीं शब्द पढ़ते हैं गुरु ग्रंथ साहब का, गुणा का होवै वासुला कड़वास लईजै, जे गुण होवन साज ना मिल सांझ करीजै। सांझ करीजै गुणा केरी। तो हुण गुणां दी सांझ ते तां होएगी जे गुण वेख पाओगे, जे गुण दिस सकणगे। ते भई संगत गुणां दी है, तो गुण हर थां ते मौजूद हुंदे ने। एक छोटा जिहा जिहड़ा एग्जाम्पल करके बाकी शब्द वाइंड अप कर देना, शायद गुलिस्तान च लिखिया शेख सादी ने, एक जगह जिक्र करता है कि ਉਹਦੇ कुछ शागिर्द ਉਹਦੇ ਨਾਲ ਗੱਲਬਾਤ ਪਾਉਂਦੇ ਨੇ, ਤੇ ਗੱਲਬਾਤ ਪਾਉਣ ਲੱਗੇ ਉਹ ਕਹਿੰਦੇ ਨੇ ਕਿ ਉਸਤਾਦ ਜੀ ਤੁਸੀਂ ਬੜੇ ਕਮਾਲ ਦੇ ਬੰਦੇ ਹੋ, ਕਦੀ ਗਲਤੀ ਮਿਸਟੇਕ ਨਹੀਂ ਕਰਦੇ, ਕੋਈ ਐਰਰ ਨਹੀਂ ਤੁਹਾਡੇ ਕੋਲ ਅਸੀਂ ਕਦੀ ਨੋਟ ਕੀਤਾ। ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕਿਸ ਉਸਤਾਦ ਨੇ ਇੰਨੇ ਵਧੀਆ ਬਣਾਇਆ, ਇੰਨਾ ਕੁਝ ਸਿਖਾਇਆ ਤੁਹਾਨੂੰ ਵਧੀਆ ਤਰੀਕੇ ਦੇ ਨਾਲ? ਤੇ शेख सादी कहना भी एक उस्ताद नहीं, बड़े उस्ताद ने, बहुत सारे ने। वो कहते चलो कोई ना, दो चार नूं मिलाओ, दो चार दे नाल असीं देखिए किहड़े किहड़े ने। वो कहते भी मिलाना तो औखा आ, क्योंकि कारण ये हैगा कि वो उस्ताद वो ने जिन्हां नूं मैं चंगियां नहीं समझदा, मैं उन्हां नूं चंगियां ना समझण करके इज्जत नहीं करदा उन्हां दी, ते वो मैनूं पसंद नहीं करदे क्योंकि मैनू वो जानते नहीं गए। वो कहते कमाल हो गई, कैसे उस्ताद ने तुहाडे जिन्होंने तुसीं चंगियां नहीं समझते, तुसीं इज्जत नहीं करते उन्हां दी, ते वो तुहानूं जानते भी नहीं फिर भी उस्ताद ने। वो कहते वो किवें? कहण लगे वो इस तरह है कि वो साडे शहर दे वो सारे लोग जिहड़े बेवकूफियां करदे, जिहड़े मूर्खता करदे, जिहड़े माड़े काम करदे, वो मेरे उस्ताद ने। वो कहते कमाल है, हाँ तो पहली बारी सुनने च आया, ना तुसीं उन्हां दी इज्जत करदे, ना तुसीं उन्हां नूं पसंद करदे, वो तुहानूं जानदे भी नहीं फिर भी उस्ताद कहंदे। हाँ, क्योंकि जदों मैं उन्हां वल देखदा आ, मैं उन्हां तो गुण सिੱਖਦਾ आ। गुण की है? ये गलती करके सिੱਟੇ भुगत रहे ने, शेख सादी तू आ कम नहीं करना। एक्चुअली ਇਹੋ चीज़ है, माड़ी तो माड़ी अलामत तो ही बंदा सीख सकता है। पर सच्चाई ये है, मनुख नूं थोड़ा ध्यान नाल देखोगे ना, माड़े तो माड़े मनुख च तुहानूं गुण दिसणगे। जदों घरां थावां परिवारां च समाज विच आले दुआले विच रहना आ, लोकी कहंदे सी, सिद्ध लोकी कहंदे, सिद्धां दी बात है ना, बाई चांस बाबा नानक कहंदे सी ये धरती नरक दा द्वार आ, ये मात लोक च सारे लोग लालच दियां पंडां ने, छड्ड के साडे कोल आ जा, इत्थे बह जा, इत्थे बैठ के कंदरां दे विच पहाड़ां दियां गुफावां दे विच आराम दे नाल बड़ा सुख है, मैਡੀਟੇਸ਼ਨ करने आराम दे नाल। बाबा जी कहते नहीं नहीं, उत्थे ही चलते हैं वापस। कह लगे हद हो गई, वो तो चिक्कड़ है, वो तो सारे का सारा ही दलदल आ, गंदगी है, गाब आ। बाबा जी ने उत्थे बयान किया सी ना, महाराज कहते नहीं, इस धरती च जाके रहेगा जैसे जल में कमल निरालम है मेरा। उसे चिक्कड़ च कौल दे फुल लभ, उसे चिक्कड़ च गुण लभ। सो ये है वो साध संगत संग बनी, उन्हां संगियां नूं लभ लैंदे, उन्हां दे गुणां नूं लभ लैंदे, उन्हां नाल बण आउंदी उन्हां दी। जिन उद्यम किया ताल केरा, इत्थे ताल दा मतलब साडे सिर दे विच पई हुई मत दी गल आ। देखो उद्यम दे नाल ही मत आउंदी है, ये पक्की गल है। इसे करके गुरु साहब ने बाणी च किया, सब कहंदे अरदासां करिया कर भी दाता मेरी तेरे अगे अरदास आ, गुर कै शब्द बनावो एह मन, गुर कै दर्शन संचो हर तन, उत्तम मत मेरे हृदय तू आओ।
हे ਦੁਨੀਆ ਦੀ ਉੱਤਮ ਮੱਤ, ਮੈਂ ਤੇਰੇ ਵਾਸਤੇ ਆਪਣੇ ਹਿਰਦੇ ਦਾ ਦਰਵਾਜ਼ਾ ਖੋਲ ਰਿਹਾ। ਰੱਬਾ ਮੈਨੂੰ ਮੱਤ ਬਖਸ਼ੀ, ਕਿਉਂਕਿ ਇਹਦੇ ਬਿਨਾਂ ਕੰਮ ਨਹੀਂ ਚੱਲਣਾ ਮੇਰਾ। ਇਹ ਸੱਚਾਈ ਹੈ। ਤੁਸੀਂ ਉਦਮ ਕਰੋਗੇ ਤੁਹਾਨੂੰ ਮੱਤ ਮਿਲ ਜਾਏਗੀ, ਜੇ ਉਦਮ ਨਹੀਂ ਕਰੋਗੇ ਮੱਤ ਨਹੀਂ ਆਏਗੀ। ਪਰ ਇਹਦੇ ਨਾਲ ਇਹ ਵੀ ਚੀਜ਼ ਸੱਚੀ ਹੈ ਕਿ ਜੇ ਬੰਦਾ ਸਹੀ ਉਦਮ ਕਰੇ, ਸਹੀ ਮੱਤ ਮਿਲ ਜਾਂਦੀ ਹੈ। ਤੇ ਜੇ ਸਹੀ ਐਫਰਟ ਨਾ ਪਾਏ ਤੇ ਡੈਫੀਨੇਟਲੀ ਮੱਤ ਵਿਹੀਣਾ ਦੁਰਮਤ ਰਹੇਗੀ, ਮੱਤ ਤੋਂ ਦੂਰੀ ਰਹੇਗੀ। ਪਰ ਜੇ ਐਫਰਟ ਪਾਈ, ਮੱਤ ਆ ਗਈ, ਤੇ ਮੱਤ ਦੇ ਨਾਲ ਇੱਕ ਚੀਜ਼ ਹੋਰ ਆ ਜਾਂਦੀ ਹੈ ਜਿਹੜੀ ਮੱਤ ਮਾਰ ਦਿੰਦੀ ਹੈ, ਹੰਕਾਰ। ਲੈ ਮੇਰੇ ਤੋਂ ਸਮਝਦਾਰ ਕੌਣ ਆ? ਬਾਬਾ ਜੀ ਕਹਿੰਦੇ ਵੀ ਚੇਤੇ ਰੱਖੀ, ਜਿਨ ਉਦਮ ਕੀਆ, ਜਿਸ ਨੇ ਤੈਨੂੰ ਇਸ ਕਾਬਲ ਬਣਾਇਆ, ਫਿਰ ਕੀ ਤਾਲ ਕੇਰਾ, ਇਹ ਤਾਲ ਉਹਦਾ ਆ, ਇਹ ਵਿਜ਼ਡਮ ਉਹ ਤੋਂ ਬਿਲੋਂਗ ਕਰਦੀ ਹੈ। ਤਿਸ ਕੀ ਉਪਮਾ ਕਿਆ ਗਨੀ, ਉਹਦੀ ਵਡਿਆਈ ਤੇ ਕੀਤੀ ਨਹੀਂ ਜਾ ਸਕਦੀ। ਇਸ ਮੱਤ ਨਾਲ ਵੀ ਉਹਨੂੰ ਹੀ ਸਲਾਹ, ਜੇ ਮਤਵਾਨ ਵੀ ਹੈ ਤਾਂ ਵੀ ਉਹਦਾ ਧਿਆਨ ਧਰ। ਅਗਲਾ ਬਚਨ ਲਿਖਿਆ, 68 ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ। ਭਾਈ ਜਿੰਨੇ ਮਰਜੀ ਧਰਮ ਕਰਮ ਨੇ, ਇਹ ਸਾਰੇ ਧਰਮ ਕਰਮ ਨਿਰਮਲ ਆਚਾਰ ਵਿੱਚ ਹੀ ਛਿਪੇ ਨੇ। ਜਿੰਨਾ ਬੰਦਾ ਭਲਾ ਹੁੰਦਾ ਜਾਏਗਾ, 68 ਤੀਰਥ ਕੀ ਤੇ ਹਰ ਤਰ੍ਹਾਂ ਦੀ ਪੁੰਨ ਕਿਰਿਆ ਉਹਦੇ ਜੀਵਨ ਵਿੱਚੋਂ ਇਸੇ ਤਰੀਕੇ ਨਾਲ ਰਿਫਲੈਕਟ ਹੋਏਗੀ। ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਆਧਾਰਾ। ਹੈ ਨਾਨਕ, ਮੈਨੂੰ ਉਸ ਸ਼ਬਦ ਦਾ ਆਧਾਰ ਮਿਲ ਗਿਆ ਜਿਸ ਸ਼ਬਦ ਦੇ ਆਧਾਰ ਦੇ ਅੰਦਰ ਉਸ ਸੁਆਮੀ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣਦੀ, ਜਿਹੜਾ ਪਤਿਤਾਂ ਨੂੰ ਪਾਵਨ ਕਰਨ ਵਾਲਾ ਆ। ਸਾਹਿਬ ਰਹਿਮਤ ਕਰਨ ਸਾਨੂੰ ਇਹਨਾਂ ਮਹਾਨਤਮ ਬਚਨਾਂ ਦੇ ਵਿੱਚੋਂ ਉਸ ਸਚੇਰੀ ਚੰਗੇਰੀ ਸਿੱਖਿਆ ਦੇ ਨਾਲ ਜੁੜਨ ਦਾ ਉਦਮ ਸਾਡੀ ਝੋਲੀ ਵੀ ਪਾ ਦੇਣ, ਇਹੀ ਦਿਲੀ ਅਰਦਾਸ ਆ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਨਾਲ ਹੀ ਉਹਨਾਂ ਕਰਸਾਨੀ ਲਈ ਜੂਝ ਰਹੇ ਮਾਈ ਪਾਈ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਕਰਦੇ ਹਾਂ। ਇੱਥੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।